ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਮੁਖੀ ਅੱਖਰਕਾਰੀ ਕਾਰਜਸ਼ਾਲਾ ਲਗਾ ਰਹੇ ਹਾਂ। ਪਹਿਲਾਂ ਤਾਂ ਇਹ ਹੈ ਕਿ ਤੁਸੀਂ ਸਾਰੇ ਲੇਟ ਆਏ ਆ, ਹੈ ਨਾ, ਪਰ ਇਹ ਐਬ ਆ ਚੁੱਕਿਆ ਆ ਖਾਲਸੇ 'ਚ ਨਾ, ਇਹ ਐਬ ਆ ਗਿਆ ਹੈਗਾ ਕਿ ਉਹ ਲੇਟ ਬਹੁਤ ਹੁੰਦਾ ਆ। ਉਹਨੂੰ ਸਮੇਂ ਦੀ ਨਾ ਤਾਂ ਉਹਨੂੰ ਕਦਰ ਰਹੀ ਆ ਖਾਲਸੇ ਨੂੰ। ਹੁਣ ਸਿੱਖਾਂ ਦੇ ਪ੍ਰੋਗਰਾਮ ਇੰਝ ਹੀ ਹੁੰਦੇ ਆ ਕਿ ਇਹ ਅੱਧਾ ਘੰਟਾ ਲੇਟ ਹੀ ਸ਼ੁਰੂ ਹੋਣਗੇ। ਅਸੀਂ ਲਗਭਗ 9 ਵਜੇ ਦੇ ਕਰੀਬ ਆ ਗਏ ਸੀਗੇ। ਇਹ ਚੰਗੀ ਆਦਤ ਹੈਗੀ ਜਿਹੜੀ ਸਾਡੇ ਉਸਤਾਦਾਂ ਨੇ ਸਾਨੂੰ ਪਾਈ ਹੋਈ ਆ ਕਿ ਅਸੀਂ ਅੱਜ ਤੱਕ ਕਿਸੇ ਵੀ ਕਾਰਜਸ਼ਾਲਾ 'ਤੇ ਲੇਟ ਨਹੀਂ ਪਹੁੰਚੇ ਆਪਣੀ 'ਤੇ। ਫਿਰ ਉਸ ਤੋਂ ਬਾਅਦ ਇਹ ਰਿਹਾ ਹੈਗਾ ਹੈ ਕਿ ਜਿਹੜੇ ਸਾਡੇ ਉਰਦੂ ਦੇ ਉਸਤਾਦ ਸੀਗੇ ਉਹ ਬੜੇ ਪਿਆਰੇ ਸੀਗੇ। ਉਹ ਕੀ ਕਰਦੇ ਸੀ, ਜਿਹੜੇ ਦਿਨ ਅਸੀਂ ਲੇਟ ਹੋ ਜਾਂਦੇ ਸੀਗੇ ਨਾ, ਨਿੱਕੇ ਹੁੰਦੇ, ਉਸ ਦਿਨ ਪੜ੍ਹਾਉਂਦੇ ਨਹੀਂ ਸੀ ਸਾਨੂੰ ਉਸ ਦਿਨ ਘੰਟਾ ਫ੍ਰੀ ਰੱਖਦੇ ਸੀ ਕਿ ਅੱਜ ਬੈਠੋ, ਕਿ ਅੱਜ ਤੁਸੀਂ ਲੇਟ ਹੋ ਗਏ ਆ, ਹੁਣ ਤੁਸੀਂ ਪੜ੍ਹ ਨਹੀਂ ਸਕਦੇਗੇ। ਤਾਂ ਹੀ ਕਰਕੇ ਹਮੇਸ਼ਾ ਜਿਹੜਾ ਸਮਾਂ ਹੈਗਾ ਖਾਲਸਾ ਸਮੇਂ ਦਾ ਪਾਬੰਦ ਆ। ਇਹ ਕਾਰਜਸ਼ਾਲਾ ਦਾ ਪਹਿਲਾ ਸਬਕ ਆ ਕਿ ਤੁਸੀਂ ਬਾਣੀ ਲਿਖਣੀ ਸਿੱਖਣਾ ਚਾਹੁੰਦੇ ਹੋ। ਬਾਣੀ ਲਿਖਣਾ ਜਿਹੜਾ ਆ ਉਹ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਚਾਹੀਦੀ ਆ, ਕਿਉਂਕਿ ਬਾਣੀ ਲਿਖਣ ਵਾਲਿਆਂ ਬਾਰੇ ਨਾ ਗੁਰਬਾਣੀ 'ਚ ਬੜਾ ਸ਼ਬਦ ਆਉਂਦੇ ਆ ਕਿ ਲਿਖਤੀ ਕੁਲ ਤਾਰਿਆ ਜੀਓ, ਕਿ ਗੁਰਬਾਣੀ ਲਿਖਣ ਨਾਲ ਕੁਲਾਂ ਤਰ ਜਾਂਦੀਆਂ ਨੇ, ਹੈ ਨਾ। ਇਹ ਕਾਰਜ ਬੜਾ ਵੱਡਾ ਆ। ਤੁਸੀਂ ਬਾਣੀ ਲਿਖਣਾ ਸਿੱਖਣਾ ਚਾਹੁੰਦੇ ਹੋ ਪਰ ਤੁਸੀਂ ਸਾਰੇ ਲੇਟ ਪਹੁੰਚੇ ਹੋ। ਇਸੇ ਲਈ ਅੱਜ ਤੋਂ ਬਾਅਦ ਕਦੇ ਵੀ ਕਾਰਜਸ਼ਾਲਾ ਹੋਵੇ ਹਮੇਸ਼ਾ ਪਹਿਲਾਂ ਪਹੁੰਚਣਾ ਹੈ। ਕਾਰਜਸ਼ਾਲਾ ਦੇ ਕੁਝ ਨਿਯਮ ਹੈਗੇ ਆ। ਕਾਰਜਸ਼ਾਲਾ 'ਚ ਕਿਸੇ ਨੇ ਗੱਲ ਨਹੀਂ ਕਰਨੀ ਗੀ। ਹੱਥ ਖੜਾ ਕਰਕੇ ਤੇ ਤੁਸੀਂ ਹੱਥ ਖੜਾ ਕਰੋਗੇ, ਰਤਨ ਕੌਰ ਨੇ ਜੋ ਮਦਦ ਕਰਨਗੇ ਤੁਹਾਡੀ, ਠੀਕ ਹੈ। ਹੱਥ ਖੜਾ ਕਰਕੇ ਤੁਹਾਡੇ ਕੋਲੇ ਪਹੁੰਚ ਜਾਣਗੇ। ਜੇ ਤੁਹਾਨੂੰ ਸਿਆਹੀ ਜਾਂ ਕਾਗਜ਼ ਜਾਂ ਕਿਸੇ ਚੀਜ਼ ਦੀ ਕੋਈ ਸਮੱਸਿਆ ਆ ਰਹੀ ਆ, ਹੈ ਨਾ, ਇਹ ਹੱਲ ਕਰ ਦੇਣਗੇ। ਨਾਲ ਆਜ਼ਾਦ ਵੀਰ ਹੈਗਾ, ਉਹ ਆ ਜਾਏਗਾ। ਅਤੇ ਇਹ ਕਾਰਜਸ਼ਾਲਾ ਦੇ ਕੁਝ ਬੁਨਿਆਦੀ ਨਿਯਮ ਆ। ਫੋਨ ਨਹੀਂ ਚੱਕਣਾ। ਹਾਂ, ਕਾਰਜਸ਼ਾਲਾ 'ਚ ਫੋਨ ਇੱਕ ਪਾਸੇ ਰੱਖ ਦੇਣਾ, ਜਾਂ ਸਾਇਲੈਂਟ ਕਰ ਲਓ ਜਾਂ ਔਫ ਕਰ ਲਓ। ਅਤੇ ਗੁਰਬਾਣੀ ਲਿਖਾਰੀ ਹੋਣ ਦੀਆਂ ਬੜਾ ਬਖਸ਼ਿਸ਼ਾਂ ਹੈਗੀਆਂ, ਕਿਉਂਕਿ ਦੁਨੀਆ 'ਚ ਜਿੰਨੇ ਵੀ ਧਰਮ ਗ੍ਰੰਥ ਲਿਖੇ ਗਏ ਆ ਉਹ ਬੜਾ ਬਾਅਦ 'ਚ ਲਿਖੇ ਗਏ ਆ। ਲੋਕਾਂ ਨੇ ਆਪਦੀਆਂ ਸਿਮਰਤੀਆਂ ਦੇ ਵਿੱਚੋਂ ਗ੍ਰੰਥਾਂ ਨੂੰ ਲਿਖਿਆ ਆ, ਪਰ ਇਹ ਸਾਡੇ ਹਿੱਸੇ ਚੀਜ਼ ਆਈ ਹੈਗੀ ਆ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਉਹਨਾਂ ਗ੍ਰੰਥਾਂ ਨੂੰ ਨਾਲ ਦੀ ਨਾਲ ਲਿਖਿਆ ਆ। ਤਾਂ ਹੀ ਅਸੀਂ ਦਾਅਵਾ ਕਰਦੇ ਹਾਂ ਕਿ ਇਹ ਗੁਰੂ ਸਾਹਿਬ ਦੇ ਹੱਥੀਂ ਲਿਖੀ ਹੋਈ ਬਾਣੀ ਆ। ਕਿ ਚਾਹੇ ਉਹ ਸਾਡੀਆਂ ਜਨਮ ਸਾਖੀਆਂ 'ਚ ਹੀ ਆਉਂਦਾ ਨਾ ਕਿ ਗੁਰੂ ਸਾਹਿਬ ਕਹਿੰਦੇ ਆ ਨਾ ਕਿ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਆ। ਤਾਂ ਜਿਹੜੇ ਗੁਰਬਾਣੀ ਲਿਖਾਰੀਆਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਉਹ ਸਾਡੇ ਗੁਰੂ ਸਾਹਿਬਾਨ ਦਾ ਹੀ ਆਉਂਦਾ ਆ ਕਿ ਗੁਰੂ ਨਾਨਕ ਸਾਹਿਬ ਨੇ ਬਾਣੀ ਲਿਖੀ ਨਾ। ਜਿੰਨੀ ਉਹਨਾਂ ਨੂੰ ਜਿੱਥੋਂ ਮਿਲਦੀ ਸੀਗੀ, ਭਗਤਾਂ ਕੋਲੇ ਜਾਂਦੇ ਸੀਗੇ, ਉੱਥੋਂ ਨਾਲ ਦੀ ਨਾਲ ਬਾਣੀ ਨੂੰ ਲਿਖਦੇ ਜਾਂਦੇ। ਜਿਵੇਂ ਬੇਬੇ ਨਾਨਕੀ ਜੀ ਸਫ਼ਰ 'ਤੇ ਜਾਣ ਤੋਂ ਪਹਿਲਾਂ ਇਹ ਵੀ ਜਨਮ ਸਾਖੀਆਂ 'ਚ ਮਿਲਦਾ ਆ ਕਿ ਸਿਆਹੀ ਦੀਆਂ ਜਿਹੜੀਆਂ ਨੇ ਵੱਟੀਆਂ ਬਣਾ ਕੇ ਦਿੰਦੇ ਆ ਗੁਰੂ ਨਾਨਕ ਸਾਹਿਬ ਨੂੰ ਸਫ਼ਰ ਲਈ। ਇੰਝ ਬਾਣੀ ਉਹ ਫਿਰ ਜਿੱਥੇ ਵੀ ਜਾਂਦੇ ਆ ਬਾਣੀ ਨੂੰ ਨਾਲ ਲਿਖਦੇ ਜਾਂਦੇ ਆ। ਫਿਰ ਉਹੀ ਪੋਥੀਆਂ ਜਿਹੜੀਆਂ ਨੇ ਉਹ ਅੱਗੇ ਜਾਂਦੀਆਂ ਨੇ। ਜਿਵੇਂ ਜੇ ਸਿੱਖਾਂ ਦੇ ਵਿੱਚ ਲਿਖਾਰੀ ਦੀ ਗੱਲ ਕਰੀਏ ਤਾਂ ਸਿੱਖਾਂ ਦੇ ਵਿੱਚ ਸਭ ਤੋਂ ਪਹਿਲਾਂ ਲਿਖਾਰੀ ਭਾਈ ਮਨਸੁਖ ਜੀ ਦਾ ਜ਼ਿਕਰ ਆਉਂਦਾ ਹੈ, ਜਿਹੜੇ ਲਾਹੌਰ ਦੇ ਵਪਾਰੀ ਸੀਗੇ। ਰਾਜਾ ਸ਼ਿਵਨਾਬ ਨੂੰ ਵੀ ਲੰਕਾ ਜਾ ਕੇ ਉਹ ਮਿਲਦੇ ਆ। ਉਹਨਾਂ ਬਾਰੇ ਜ਼ਿਕਰ ਆਉਂਦਾ ਹੈ ਕਿ ਜਦੋਂ ਉਹ ਲਾਹੌਰ ਤੋਂ ਗੁਰੂ ਸਾਹਿਬ ਕੋਲੇ ਆਉਂਦੇ ਸੁਲਤਾਨਪੁਰ ਲੋਧੀ, ਤਾਂ ਉਹ ਕਹਿੰਦੇ ਜਿੰਨੀ ਬਾਣੀ ਉਹਨਾਂ ਨੂੰ ਕੰਠ ਹੁੰਦੀ ਉਨੀ ਕੰਠ ਕਰਦੇ ਆ, ਬਾਕੀ ਨੂੰ ਉਹ ਲਿਖ ਕੇ ਨਾਲ ਲੈ ਜਾਂਦੇ ਆ। ਕਿ ਉਹ ਸਾਡੇ ਸਿੱਖਾਂ ਦੇ ਵਿੱਚ ਪਹਿਲੇ ਲਿਖਾਰੀ ਭਾਈ ਮਨਸੁਖ ਜੀ ਹੋਏ ਆ। ਇਹਦਾ ਜ਼ਿਕਰ ਭਾਈ ਵੀਰ ਸਿੰਘ ਹੁਣਾਂ ਤੋਂ ਵੀ ਮਿਲ ਜਾਂਦਾ ਆ। ਅੱਗੇ ਸਮਾਂ ਚੱਲਦਾ ਆ, ਗੁਰੂ ਸਾਹਿਬ ਉਹ ਪੋਥੀਆਂ ਬਾਣੀ ਦੀਆਂ ਜੋ ਜਗ੍ਹਾ ਜਗ੍ਹਾ ਤੋਂ ਇਕੱਠੀਆਂ ਕੀਤੀਆਂ ਲਿਖੀਆਂ, ਉਹਨਾਂ ਨੂੰ ਅੱਗੇ ਦੂਜੇ ਗੁਰੂ ਅੰਗਦ ਸਾਹਿਬ ਨੂੰ ਦੇ ਜਾਂਦੇ ਆ। ਫਿਰ ਗੁਰੂ ਅੰਗਦ ਸਾਹਿਬ ਉਹਦੇ ਵਿੱਚ ਹੋਰ ਆਪਣੀ ਬਾਣੀ ਜੋ ਉਚਾਰਦੇ ਉਹਨੂੰ ਲਿਖਦੇ ਆ। ਫਿਰ ਅੱਗੇ ਬਾਣੀ ਗੁਰੂ ਅਮਰਦਾਸ ਪਾਤਸ਼ਾਹ ਕੋਲੇ। ਫਿਰ ਗੁਰੂ ਅਮਰਦਾਸ ਪਾਤਸ਼ਾਹ ਵੇਲੇ ਵੱਡਾ ਛਾਪਾਖਾਨਾ ਜਿਹਨੂੰ ਅਸੀਂ ਪਹਿਲਾਂ ਕਹਿ ਦਈਏ ਕਿ ਜਿੱਥੇ
ਬਾਣੀ ਵੱਡੇ ਪੱਧਰ 'ਤੇ ਲਿਖੀ ਜਾਂਦੀ ਆ, ਉਹ ਲੱਗਦਾ ਹੈਗਾ, ਜਿਹਦੇ ਵਿੱਚ ਕਿ ਗੁਰੂ ਭਾਈ ਗੁਰਦਾਸ ਜੀ ਦਾ ਜ਼ਿਕਰ ਆਉਂਦਾ ਹੈਗਾ ਕਿ ਉਹ ਸਾਰੀਆਂ ਪੋਥੀਆਂ ਨੂੰ ਤਿਆਰ ਕਰਦੇ ਆ, ਅਤੇ ਜਿੰਨੇ 52 ਪੀੜ੍ਹੇ 22 ਮੰਜੀਆਂ ਲਈ ਪੋਥੀਆਂ ਲਿਖੀਆਂ ਜਾਂਦੀਆਂ ਹੈਗੀਆਂ ਨੇ। ਉਸ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਕੋਲੇ ਉਹੀ ਪੋਥੀਆਂ ਪਹੁੰਚਦੀਆਂ ਨੇ, ਉਹ ਆਪਣੀ ਬਾਣੀ ਲਿਖਦੇ ਆ। ਫਿਰ ਪੋਥੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ, ਕੁਝ ਮੀਣਿਆਂ ਵੱਲੋਂ ਜੋ ਸ਼ੁਰੂ ਹੋ ਜਾਂਦਾ ਆ ਬਾਣੀ ਦੇ ਵਿੱਚ ਰਲਾ ਹੋਣਾ, ਅਤੇ ਫਿਰ ਗੁਰੂ ਅਰਜਨ ਸਾਹਿਬ ਉਹਨਾਂ ਸਾਰੀਆਂ ਪੋਥੀਆਂ ਨੂੰ ਇਕੱਤਰ ਕਰਦੇ, ਜੇ ਗੋਇੰਦਵਾਲ ਵਾਲੀਆਂ ਪੋਥੀਆਂ ਸੀ ਜਾਂ ਹੋਰ ਉਹਨਾਂ ਕੋਲ ਆਪਣੀਆਂ ਸੀਗੀਆਂ, ਉਹਨਾਂ ਨੂੰ ਸਾਰੀਆਂ ਨੂੰ ਇਕੱਠੀਆਂ ਕਰਕੇ ਅਤੇ ਆਦਿ ਬੀੜ ਦਾ ਜਿਹੜਾ ਸੰਕਲਨ ਹੁੰਦਾ ਆ, ਆਦਿ ਬੀੜ ਨੂੰ ਪ੍ਰਕਾਸ਼ ਹੁੰਦਾ ਉਸਦਾ, ਕਿ ਸਾਰੀਆਂ ਪੋਥੀਆਂ ਨੂੰ ਲਿਆਂਦਾ ਜਾਂਦਾ ਆ। ਅਤੇ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਭਾਈ ਗੁਰਦਾਸ, ਭਾਈ ਬੰਨੂ ਜੀ, ਹੋਰ ਕਈ ਤਰ੍ਹਾਂ ਦੇ ਗੁਰਸਿੱਖ ਜਿਹੜੇ ਆ ਉਹ ਨਾਲ ਲੱਗਦੇ ਆ, ਬਾਣੀ ਲਿਖਦੇ ਆ। ਫਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਬਾਬਾ ਬਿਧੀ ਚੰਦ ਗੁਰੂ ਸਾਹਿਬ ਦੇ ਲਿਖਾਰੀ ਹੋਏ ਆ, ਕਿ ਆਪਾਂ ਸਿਰਫ ਨਿੱਜੀ ਕੁਝ ਗੁਰਸਿੱਖਾਂ ਦੇ ਨਾਮ ਲੈ ਰਹੇ ਆ, ਹੈ ਅਤੇ ਅਣਗਿਣਤ ਗੁਰਸਿੱਖ ਹੈਗੇ ਆ। ਫਿਰ ਉਸ ਤੋਂ ਬਾਅਦ ਬਾਬਾ ਬਿਧੀ ਚੰਦ ਜੀ ਹੁਣਾਂ ਦਾ ਸਰੂਪ ਜਿਹੜਾ ਅੱਧਾ ਲਿਖਿਆ ਹੋਇਆ ਆ, ਉਹ ਹਲੇ ਵੀ ਸੁਰ ਸਿੰਘ ਤਰਨਤਾਰਨ ਦੇ ਇਲਾਕੇ 'ਚ ਮਿਲ ਜਾਂਦਾ ਆ। ਉਹਨਾਂ ਦੀ ਕੋਲ ਹੈਗੀ ਬਾਬਾ ਅਵਤਾਰ ਸਿੰਘ ਜੀ ਹੁਣੇ, ਬੜਾ ਪਿਆਰੇ ਗੁਰਸਿੱਖ ਆ, ਉਹਨਾਂ ਦੇ ਕੋਲੇ ਉਹ ਸਰੂਪ ਹਲੇ ਵੀ ਪਿਆ ਹੈਗਾ, ਅਸੀਂ ਦਰਸ਼ਨ ਵੀ ਕਰ ਸਕਦੇ ਹਾਂ। ਉਸ ਤੋਂ ਬਾਅਦ ਗੁਰੂ ਹਰਿਰਾਏ ਸਾਹਿਬ ਵੇਲੇ ਭਾਈ ਗੁਰਦਿੱਤਾ ਜੀ ਟੇਟਾ ਦਾ ਜ਼ਿਕਰ ਆਉਂਦਾ ਆ, ਹੈ ਨਾ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਮੇਂ, ਹੈ ਨਾ, ਭਾਈ ਛੱਜੂ ਝੀਵਰ ਜੀ ਜਿਹੜੇ ਜਿਨ੍ਹਾਂ ਸਿਰ 'ਤੇ ਸੋਟੀ ਰੱਖੀ ਗਈ ਆ, ਉਹ ਵੀ ਬਾਣੀ ਦੇ ਲਿਖਾਰੀ ਹੋਏ ਆ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਭਾਈ ਸਦਾਨੰਦ ਜੌਨਪੁਰ ਦੇ ਇਲਾਕੇ 'ਚ ਉਹਨਾਂ ਦੇ ਲਿਖੇ ਸਰੂਪ ਮਿਲਦੇ ਆ। ਭਾਈ ਸਦਾਨੰਦ ਉਹ ਨੇ ਜੋ ਭਾਈ ਜੈਤਾ ਜੀ ਦੇ ਪਿਤਾ ਜੀ ਆ। ਇਹ ਨਾਮ ਮਤਲਬ ਬਹੁਤ ਸਾਰਿਆਂ ਨੇ ਤੁਸੀਂ ਪਹਿਲੀ ਵਾਰੀ ਸੁਣੇ ਹੋਣਗੇ ਕਿ ਅਜਿਹੇ ਗੁਰਸਿੱਖ ਵੀ ਹੋਏ ਆ, ਹੈ ਨਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਭਾਈ ਘਨੱਈਆ ਜੀ ਜਾਂ ਹੋਰ ਬਹੁਤ ਗੁਰਸਿੱਖ ਹੈਗੇ ਆ ਜੋ ਬਾਣੀ ਲਿਖਦੇ ਆ, ਜੋ ਦੂਰੋਂ ਦੂਰੋਂ ਬਾਣੀ ਲਿਖ ਕੇ ਗੁਰੂ ਸਾਹਿਬ ਕੋਲ ਲੈ ਕੇ ਆਉਂਦੇ ਆ। ਭਾਈ ਮਣੀ ਸਿੰਘ ਜੀ ਹੈਗੇ ਆ, ਜਾਂ ਉੱਥੇ ਫਿਰ ਇੱਕ ਸਾਡੀ ਗਿਆਨੀਆਂ ਸੰਪਰਦਾਇ, ਹੈ ਨਾ, ਜਿਹੜੀ ਸ਼ੁਰੂ ਹੁੰਦੀ ਆ, ਕਿ ਜਿੱਥੇ ਜਾਂ ਸੇਵਾ ਪੰਥੀ ਭਾਈ ਘਨੱਈਆ ਜੀ ਤੋਂ ਸ਼ੁਰੂ ਹੁੰਦੇ ਆ। ਫਿਰ ਇਹ ਜਿਹੜੀਆਂ ਸੰਪਰਦਾਵਾਂ ਟਕਸਾਲਾਂ ਬਾਣੀ ਲਿਖਣ ਦਾ ਕਾਰਜ ਸੰਭਾਲਦੀਆਂ ਨੇ ਗੁਰੂ ਸਾਹਿਬਾਨਾਂ ਤੋਂ ਬਾਅਦ, ਕਿ ਜਿੰਨੇ ਵੀ ਸਰੂਪ ਲਿਖੇ ਜਾਂਦੇ ਆ, ਹੈ ਨਾ, ਕਿਉਂਕਿ ਬਾਣੀ ਲਿਖਣ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਗਿਆ ਆ ਗੁਰਸਿੱਖੀ ਦੇ ਵਿੱਚ। ਫਿਰ ਸੰਪਰਦਾਵਾਂ ਖਾਸਾ ਸਮਾਂ ਸੰਭਾਲਦੀਆਂ ਨੇ, ਜਗ੍ਹਾ ਜਗ੍ਹਾ ਵਿਦਿਆਲੇ ਬਣਦੇ ਆ, ਡੇਰੇ ਬਣਦੇ ਆ, ਜਿੱਥੇ ਬਾਣੀ ਲਿਖੀ ਜਾਂਦੀ ਆ। ਜਿਹੜਾ ਸ਼ਹਾਦਰੇ ਡੇਰਾ ਸੀਗਾ ਸੇਵਾ ਪੰਥੀਆਂ ਦਾ, ਇਹ ਕਿਹਾ ਜਾਂਦਾ ਕਿ ਇਹਨਾਂ ਵਿੱਚ 3000 ਜਿਹੜੇ ਲਿਖਣ ਵਾਲੇ ਇੱਕ ਸਮੇਂ ਉੱਥੇ ਹੁੰਦੇ ਆ ਇਕੱਤਰ। ਫਿਰ ਕੀ ਹੋਇਆ ਕਿ ਸਮੇਂ ਦਾ ਅਜਿਹਾ ਮੋੜਾ ਪਿਆ ਕਿ ਜਿਹੜਾ ਅਸੀਂ ਬਾਣੀ ਲਿਖਣਾ ਛੱਡ ਗਏ, ਅਤੇ ਬਾਣੀ ਲਿਖਣਾ ਜਿਹੜਾ ਛੱਡ ਕੇ ਫਿਰ ਆਖਰੀ ਲਿਖਾਰੀ ਰਾਗੀ ਹੀਰਾ ਸਿੰਘ ਹੋਏ ਆ ਸਿੱਖਾਂ ਦੇ ਵਿੱਚ, ਕਿ ਜੋ ਹੱਥ ਨਾਲ ਉਸੇ ਤਰੀਕੇ ਨਾਲ ਬਾਣੀ ਨੂੰ ਉਹਨਾਂ ਰੀਤਾਂ 'ਤੇ ਲਿਖਦੇ ਪਏ ਸੀਗੇ। ਫਿਰ ਛਾਪਾਖਾਨਾ ਆ ਗਿਆ। ਛਾਪੇਖਾਨੇ ਬਾਰੇ ਜਦੋਂ ਪਹਿਲੀ ਵਾਰੀ ਛਾਪਾਖਾਨਾ ਆਇਆ ਹੈਗਾ ਆ, ਉਹਦੇ ਬਾਰੇ ਜ਼ਿਕਰ ਆਉਂਦਾ ਕਿ ਰਾਵਲਪਿੰਡੀ ਪਾਕਿਸਤਾਨ, ਹੁਣ ਪਾਕਿਸਤਾਨ 'ਚ ਰਾਵਲਪਿੰਡੀ ਦੇ ਵਿੱਚ ਬੂਟੇ ਸ਼ਾਹ ਹੋਣਾ ਨੇ ਪਹਿਲੀ ਵਾਰੀ, ਨਾਮ ਬੂਟੇ ਸ਼ਾਹ ਹੈ, ਜਿਨ੍ਹਾਂ ਨੇ ਛਾਪੇਖਾਨੇ ਨਾਲ, ਪ੍ਰਿੰਟਿੰਗ ਪ੍ਰੈਸ ਨਾਲ ਸਰੂਪ ਨੂੰ ਛਾਪਿਆ, ਅਤੇ ਉਹਨਾਂ ਦਾ ਸਿੱਖਾਂ ਦੇ ਵਿੱਚ ਬੜਾ ਰੋਸ ਫੈਲਿਆ। ਉਹਨਾਂ ਉਸ ਤਰੀਕੇ ਨਾਲ ਸਰੂਪ ਛਾਪਣ ਨੂੰ ਬੇਅਦਬੀ ਕਿਹਾ ਗਿਆ, ਹੈ ਨਾ, ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਕਿ ਸਰੂਪ ਹੱਥ ਨਾਲ ਲਿਖਣ ਦੀ ਜਗ੍ਹਾ ਛਾਪੇਖਾਨੇ ਜਾਂ ਪ੍ਰਿੰਟਿੰਗ ਪ੍ਰੈਸ ਨਾਲ ਛਾਪ ਦਿੱਤੇ ਗਏ। ਉਦੋਂ ਉਹ ਜਿਹੜੇ ਬਰੇਲੂ ਹੁੰਦੇ ਸੀਗੇ, ਵੇਲਨੇ ਕਹਿ ਲਈਏ ਚਾਹੇ ਅੱਜ ਦੀ ਭਾਸ਼ਾ 'ਚ, ਉਹਨਾਂ 'ਤੇ ਅੱਖਰ ਛਪੇ ਹੁੰਦੇ ਸੀਗੇ, ਉਹਨੂੰ ਸਿਆਹੀ 'ਚ ਘੁਮਾ ਕੇ ਬਾਅਦ 'ਚ ਕਾਗਜ਼ 'ਤੇ ਘੁਮਾ ਦੇਈਦਾ ਸੀਗਾ, ਜਾਂ ਪੱਥਰ ਛਾਪੇ ਵਾਲੇ ਹੁੰਦੇ ਸੀਗੇ। ਇਸ ਤਰੀਕੇ ਨਾਲ ਫਿਰ ਜਦੋਂ ਉਹ ਸਰੂਪ ਛਪਿਆ, ਅਤੇ ਬਾਬਾ ਖੜਕ ਸਿੰਘ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀਗੇ, ਅਤੇ ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਭ ਤੋਂ ਵੱਡੀ ਬੇਅਦਬੀ ਆ ਕਿ ਜਿਹੜੇ ਸਰੂਪ ਹੈਗੇ ਆ ਉਹ ਪ੍ਰਿੰਟਿੰਗ ਪ੍ਰੈਸ ਨਾਲ ਛਾਪ ਦਿੱਤੇ ਗਏ ਆ। ਅਤੇ ਫਿਰ ਉਸ ਸਰੂਪ ਨੂੰ ਲਿਆ ਕੇ ਉਹਦੀਆਂ 2 ਸੈਂਚੀਆਂ ਬਣਾਈਆਂ ਗਈਆਂ ਕਿ ਸਰੂਪ ਜਿਹੜਾ ਹੈਗਾ ਆ, ਜਿਹਨੂੰ ਗੁਰਿਆਈ ਮਿਲੀ ਆ, ਉਹ ਹੱਥ ਲਿਖਤ
ਤੇ ਲੜੀਵਾਰ ਹੀ ਹੋ ਸਕਦਾ ਆ, ਛਾਪੇਖਾਨੇ ਵਾਲਾ ਨਹੀਂ ਹੋ ਸਕਦਾ। ਫਿਰ ਉਹਦੀਆਂ 2 ਸੈਂਚੀਆਂ ਬਣਾ ਦਿੱਤੀਆਂ ਗਈਆਂ। ਤੇ ਹੁਣ ਅਸੀਂ ਅੱਜ ਦੇ ਸਮੇਂ 'ਤੇ ਆ ਜਾਈਏ, ਕਿੱਥੋਂ ਅਸੀਂ ਸ਼ੁਰੂ ਹੋਏ ਸੀ। ਜਿਹੜੀ ਬਾਬਾ ਖੜਕ ਸਿੰਘ ਇਹ ਕਹਿ ਰਹੇ ਸੀਗੇ ਕਿ ਇਹ ਬੇਅਦਬੀ ਹੋ ਗਈ ਆ, ਹੁਣ ਅੱਜ ਬਾਬਾ ਖੜਕ ਸਿੰਘ ਹੁਣਾਂ ਦੀ ਜਗ੍ਹਾ 'ਤੇ ਜਿਹੜੇ ਨੇ ਉਹ ਇਹ ਕਹਿ ਰਹੇ ਕਿ ਛਾਪਣ ਦਾ ਹੱਕ ਹੀ ਸਿਰਫ ਸਾਨੂੰ ਆ। ਇਹ ਇੱਕ ਵੱਡਾ ਸਾਡਾ ਇਤਿਹਾਸ ਦਾ ਪਹੀਆ ਘੁੰਮਿਆ ਆ ਕਿ ਅਸੀਂ ਕਿੱਥੋਂ, ਜਿਹੜੀ ਸਾਡੀ ਪਰੰਪਰਾ ਸੀਗੀ ਉਹ ਕਿੱਥੇ ਆ ਗਈ ਆ। ਫਿਰ ਸਮਾਂ ਦੇ ਵਿੱਚ, ਇਸ ਸਮੇਂ ਦੇ ਵਿੱਚ ਵੀ ਹੋਇਆ ਕਿ ਜਿਹੜੀ ਸਾਡੀ ਪੀੜ੍ਹੀ ਹੈਗੀ ਆ ਇਹ ਬਹੁਤ ਬਾਣੀ ਲਿਖਣ ਲੱਗ ਗਈ ਆ। ਜਿਹੜਾ ਅਸੀਂ ਅੱਜ ਦੀ ਭਾਸ਼ਾ 'ਚ ਕਹੀਏ ਕਿ ਜੋ ਉਹਨੂੰ ਟ੍ਰੈਂਡਿੰਗ ਹੁੰਦਾ ਨਾ, ਟ੍ਰੈਂਡਿੰਗ ਦੇ ਵਿੱਚ ਆ ਅੱਖਰਕਾਰੀ, ਕੈਲੀਗ੍ਰਾਫੀ ਜਿਹਨੂੰ ਕਹਿ ਦਿੰਦੇ ਆ, ਅੱਖਰਕਾਰੀ ਦਾ ਪੰਜਾਬੀ ਨਾਮ ਆ, ਪਰ ਉਹ ਸਿਰਫ ਉੱਥੋਂ ਤੱਕ ਹੀ ਸੀਮਤ ਹੈਗੀ। ਤੁਸੀਂ ਬਾਣੀ ਲਿਖ ਕੇ ਇੰਸਟਾਗ੍ਰਾਮ 'ਤੇ ਪਾਉਣਾ ਲਾਈਕਸ ਕਮੈਂਟਸ ਲਈ, ਫਿਰ ਤੁਸੀਂ ਬਾਣੀ ਦੇ ਜਿਹੜੇ ਬੁਨਿਆਦੀ ਨੁਕਤੇ ਆ ਉਹਨਾਂ ਨੂੰ ਵੀ ਗਵਾ ਲੈਂਦੇ ਆ। ਤਾਂ ਕਰਕੇ ਉੱਥੋਂ ਤੱਕ ਸੀਮਤ ਰਹਿ ਗਈ ਅੱਖਰਕਾਰੀ। ਫਿਰ ਕੁਝ ਸਿੰਘਾਂ ਦਾ ਉੱਦਮ ਵੀ ਹੈਗਾ ਕਿ ਉਹ ਸਰੂਪ ਸਾਹਿਬ ਵੀ ਲਿਖ ਰਹੇ ਆ, ਪਰ ਸਰੂਪ ਸਾਹਿਬ ਨੂੰ ਉਹ ਉਹਨਾਂ ਪੁਰਾਤਨ ਰੀਤਾਂ ਦੀ ਜਗ੍ਹਾ, ਜਿਵੇਂ ਅਸੀਂ ਕਿਸੇ ਸਿੰਘ ਨੂੰ ਪੁੱਛਿਆ ਸੀਗਾ ਸਰੂਪ ਸਾਹਿਬ ਲਈ ਕਿ ਜਦੋਂ ਅਸੀਂ ਸ਼ੁਰੂ ਕਰਨਾ ਸੀਗਾ ਤਾਂ ਸਾਨੂੰ ਇਹੀ ਕਿਹਾ ਗਿਆ ਸੀਗਾ ਕਿ ਜਿਹੜੀ ਪਾਰਕਰ ਦੀ ਇੰਕ ਅਤੇ ਜਿਹੜਾ ਪਾਰਕਰ ਦਾ ਪੈਨ ਲੈ ਲਓ ਅਤੇ ਸ਼ੈਫਰ ਦੀ ਇੰਕ ਲੈ ਲਓ ਅਤੇ ਡੀਓ ਵਰਜਨ ਪੇਪਰ ਲੈ ਲੈਣਾ, ਜਿਹੜਾ ਥੋੜ੍ਹਾ ਮੋਟਾਈ ਵਾਲਾ ਹੋਵੇ 120 ਦਾ, ਅਤੇ ਉਹਦੇ ਨਾਲ ਸਰੂਪ ਸਾਹਿਬ ਸ਼ੁਰੂ ਕਰ ਦਿਓ। ਹੁਣ ਉਹ ਸਰੂਪ ਸਾਹਿਬ ਅਸੀਂ ਸ਼ੁਰੂ ਕਰਤਾ ਕਿਉਂਕਿ ਸਾਰੀ ਇੰਚ ਲਿਖ ਰਹੇ ਆ। ਫਿਰ ਸਾਡੇ ਇੱਕ ਬੜੇ ਪਿਆਰੇ ਮਿੱਤਰ ਹੈਗੇ ਆ ਨਾ, ਡਾਕਟਰ ਪ੍ਰੀਤਿੰਦਰ ਸਿੰਘ ਬਾਜਵਾ, ਉਹਨਾਂ ਨੇ ਇਹ ਸਵਾਲ ਸਾਡੇ ਸਾਹਮਣੇ ਖੜਾ ਕੀਤਾ ਕਿ ਇਸ ਸਰੂਪ ਦੀ ਉਮਰ ਕਿੰਨੀ ਆ। ਇਹ ਵੱਡਾ ਸਵਾਲ ਸੀਗਾ। ਅਤੇ ਦੂਜਾ ਸਵਾਲ ਇਹ ਸੀਗਾ ਕਿ ਜਿਹੜਾ ਕਿ ਤੁਹਾਡੇ ਗੁਰੂ ਸਾਹਿਬ ਨੇ ਕਿਵੇਂ ਸਰੂਪ ਲਿਖਿਆ ਆ। ਹੁਣ ਇਹ ਦੋਵੇਂ ਸਵਾਲ ਬੜੇ ਜ਼ਰੂਰੀ ਹੈ, ਪਰ ਇਹਨਾਂ ਦਾ ਜਵਾਬ ਨਹੀਂ ਹੈਗਾ ਗਾ, ਕਿਉਂਕਿ ਅੱਜ ਜਿਹੜਾ ਸਾਨੂੰ ਸਰੂਪ ਸਾਹਿਬ ਮਿਲਦਾ ਆ ਛਾਪੇਖਾਨੇ ਵਾਲਾ, ਉਹਦੀ ਉਮਰ 10 ਤੋਂ 15 ਸਾਲ ਆ, ਜਾਂ ਜਿਹੜੇ ਸਿੰਘ ਲਿਖ ਵੀ ਰਹੇ ਆ ਉਹ ਵੀ ਇੰਨੇ ਸਾਲ ਹੀ ਉਹਨਾਂ ਦੀ ਉਮਰ ਆ ਜੇ ਉਹਨੂੰ ਲਗਾਤਾਰ ਹਰ ਰੋਜ਼ ਪ੍ਰਕਾਸ਼ ਕੀਤਾ ਜਾਵੇ। ਤਾਂ ਹੀ ਜਦੋਂ ਤੁਸੀਂ ਕਦੇ ਵੀ ਗੁਰਦੁਆਰਾ ਸਾਹਿਬ ਲਈ ਸਰੂਪ ਲੈਣ ਜਾਂਦੇ ਹੋ, ਹਮੇਸ਼ਾ ਤੁਹਾਨੂੰ 2 ਜਾਂ 3 ਸਰੂਪ ਦਿੰਦੇ ਆ, ਇੱਕ ਸਰੂਪ ਨਹੀਂ ਦਿੰਦੇ ਕਿ ਤਾਂ ਕਰਕੇ ਬਦਲ ਕੇ ਪ੍ਰਕਾਸ਼ ਕਰੀ ਜਾਣਾ, ਉਮਰ ਜ਼ਿਆਦਾ ਕੱਢ ਜਾਏਗਾ। ਪਰ ਜੇ ਅਸੀਂ ਗੱਲ ਕਰੀਏ ਗੁਰੂ ਅਰਜਨ ਸਾਹਿਬ ਜੀ ਹੁਣਾਂ ਦਾ ਲਿਖਿਆ ਹੋਇਆ ਸਰੂਪ ਹਲੇ ਤੱਕ ਕਿਵੇਂ ਸਹੀ ਸਲਾਮਤ ਆ, ਜਾਂ ਉਸ ਸਮੇਂ ਦੇ ਜਿਹੜੇ ਗੁਰਸਿੱਖ ਹੈਗੇ, ਉਸ ਤੋਂ ਬਾਅਦ ਵੀ ਜਿੰਨੇ ਗੁਰਸਿੱਖਾਂ ਨੇ ਲਿਖਿਆ ਹੈਗੇ ਆ ਸਰੂਪ ਸਾਹਿਬ, ਉਹ ਕਿਵੇਂ ਸਹੀ ਸਲਾਮਤ ਆ, ਤਾਂ ਉਹਦੇ 'ਚ ਇੱਕ ਨਾ ਚੀਜ਼ ਹੁੰਦੀ ਆ ਕਿ ਇਹ ਅੱਖਰਕਾਰੀ ਜਿਹੜੀ ਅੱਜ ਦੀ ਕਾਰਜਸ਼ਾਲਾ, ਸਿਰਫ ਇੰਨੀ ਕੁ ਗੱਲ ਨਹੀਂ ਗੀ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਟਰਡੀਸ਼ਨ ਚੀਜ਼ਾਂ ਨੂੰ, ਜਾਂ ਤੁਹਾਡੇ ਵਿਰਾਸਤ ਦੇ ਵਿੱਚ ਚੀਜ਼ਾਂ ਆਈਆਂ ਉਹਨਾਂ ਨੂੰ ਵਰਤ ਲੈਣਾ। ਗੱਲ ਬੜੀ ਹੋਰ ਥਾਂ ਖੜੀ ਆ ਕਿ ਜਿਹੜਾ ਇੱਕ ਵਿਰਸੇ 'ਤੇ ਮਾਣ ਹੁੰਦਾ ਹੈ ਤੁਹਾਡਾ, ਕਿ ਤੁਸੀਂ ਚੀਜ਼ਾਂ 'ਤੇ ਮਾਣ ਕਰ ਸਕਦੇ ਆ। ਕਿ ਜਿਵੇਂ ਸਾਡੇ ਘਰੇ ਭਾਂਡੇ ਪਏ ਹੁੰਦੇ ਆ, ਅਸੀਂ ਬੜੇ ਚਾਅ ਨਾਲ ਦਿਖਾਉਂਦੇ ਆ ਕਿ ਸਾਡੀ ਦਾਦੀ ਇਹਨਾਂ ਨੂੰ ਦਾਜ 'ਚ ਲੈ ਕੇ ਆਈ ਸੀ, ਜਾਂ ਹੈ ਨਾ, ਚਾਹੇ ਵਰਤ ਨਹੀਂ ਰਹੇ, ਪਰ ਇੱਕ ਮਾਣ ਜਿਹਾ ਜੁੜ ਜਾਂਦਾ ਆ। ਵਿਰਾਸਤ 'ਤੇ ਮਾਣ ਹੋਣਾ ਕੌਮਾਂ ਨੂੰ ਜਿਉਂਦਾ ਰੱਖਦਾ ਆ। ਠੀਕ ਆ ਕਿ ਹੁਣ ਸਾਨੂੰ ਵੀ ਕਹਿ ਦਿੱਤਾ ਜਾਂਦਾ ਆ ਕਿ ਤੁਸੀਂ ਸਾਲ ਲਾ ਦਿੰਦੇ ਹੋ ਸਰੂਪ ਲਿਖਣ 'ਤੇ, ਅਸੀਂ 14 ਮਿੰਟਾਂ 'ਚ ਸਰੂਪ ਛਾਪ ਦਿੰਦੇ ਹਾਂ, ਪਰ ਉਹ 14 ਮਿੰਟਾਂ 'ਚ ਮਾਣ ਨਹੀਂ ਰਿਹਾ ਗਾ। ਕਿ ਇੱਕ ਮਾਣ ਹੁੰਦਾ ਆ ਤੁਹਾਨੂੰ ਵਿਰਾਸਤ ਵੱਲ ਨੂੰ ਤੁਰਨ ਨੂੰ। ਕਿ ਹੁਣ ਜਿਵੇਂ ਤੁਸੀਂ ਕੋਈ ਪੁਰਾਣੇ ਗੁਰੂ ਘਰ 'ਚ ਜਾਂਦੇ ਆ, ਤਾਂ ਜੇ ਉਹਦੇ 'ਚ ਪੁਰਾਤਨਤਾ ਉਹਦੀ ਗਾਇਬ ਕਰ ਦਿੱਤੀ ਜਾਵੇ, ਜਿਵੇਂ ਹੁਣ ਸਾਰੇ ਗੁਰੂ ਘਰਾਂ 'ਚ ਗਰਮ ਸੰਗਮਰਮਰ ਲੱਗਿਆ ਹੈਗਾ, ਪਰ ਕਈ ਗੁਰੂ ਘਰ ਅਜਿਹੇ ਹੈਗੇ ਆ ਜਿਨ੍ਹਾਂ 'ਚੋਂ ਪੁਰਾਤਨ ਦਿਖ ਜਾਓ ਸਾਰੀਆਂ ਉਸੇ ਤਰੀਕੇ ਨਾਲ ਸਹੀ ਸਲਾਮਤ ਹੈਗੀਆਂ ਨੇ ਚੀਜ਼ਾਂ, ਤਾਂ ਤੁਹਾਨੂੰ ਦੇਖ ਕੇ ਲੱਗਦਾ ਕਿ ਹੈ ਨਾ, ਇਹ ਸਾਡੇ ਬਜ਼ੁਰਗਾਂ ਵੱਲੋਂ ਇਹਨੂੰ ਇੰਝ ਹੀ ਕੀਤਾ ਗਿਆ ਆ। ਤਾਂ ਕਰਕੇ ਜਿਹੜਾ ਅੱਖਰੀ ਜਿਹੜੀ ਇਹ ਕਾਰਜਸ਼ਾਲਾ ਹੈਗੀ ਆ ਅੱਖਰਕਾਰੀ ਦੀ, ਇਹ ਉਸ ਮਾਣ ਕਰਨ ਵੱਲ ਨੂੰ ਇੱਕ ਚੀਜ਼ ਹੈਗੀ ਆ। ਇਹ ਨਹੀਂ ਗਾ ਕਿ ਤੁਸੀਂ ਹੋ ਸਕਦਾ ਆ ਪੈਨ ਨਾਲ ਜ਼ਿਆਦਾ ਸੋਹਣੇ ਅੱਖਰ ਲਿਖ ਲਓ, ਹੈ ਨਾ, ਕਿ ਜਾਂ ਤੁਸੀਂ ਉਸ ਤਰੀਕੇ ਨਾਲ, ਪਰ ਇੱਕ ਹੁੰਦਾ ਨਾ ਵਿਰਾਸਤ ਵੱਲ ਨੂੰ ਤੁਰਨਾ, ਇਹ ਉੱਧਰ ਨੂੰ ਤੁਰਨ ਦਾ ਕਦਮ ਹੈਗਾ ਆ।
ਤਾਂ ਕਰਕੇ ਫਿਰ ਆਪਾਂ ਹੁਣ ਅੱਜ ਦੀ ਕਾਰਜਸ਼ਾਲਾ ਸ਼ੁਰੂ ਕਰਨੇ। ਜੇ ਆਪ ਜੀ ਦਾ ਕੋਈ ਜੇ ਸਵਾਲ ਹੈਗਾ ਤੁਸੀਂ ਉਹ ਪੁੱਛ ਸਕਦੇ ਆ। ਜ਼ਿਆਦਾਤਰ ਮੈਨੂੰ ਲੱਗਦਾ ਬੱਚਿਆਂ ਨੇ, ਜੇ ਕੋਈ ਨਵਾਂ ਬੱਚਾ ਕੋਈ ਇਸ 'ਤੇ ਕੋਈ ਸਵਾਲ ਹੈਗਾ ਜਿੰਨਾ ਕੋਈ ਮੈਂ ਹਾਲੇ ਤੱਕ ਦੱਸਿਆ ਹੈਗਾ ਇਹਦੇ ਵਿੱਚ ਕੋਈ ਸਵਾਲ ਨਹੀਂ ਗਾ ਹੈ। ਵੈਸੇ ਮੈਨੂੰ ਲੱਗਦਾ ਨਵਾਂ ਜਿਹਾ ਹੈਗਾ ਨਾ ਚੀਜ਼ਾਂ, ਯਾਨੀ ਕਿ ਇਹ ਇੰਜ ਹੀ ਹੋਇਆ ਆ। ਕੁਝ ਸਾਡੇ ਜਿਹੜੇ ਇੱਥੇ ਨਹੀਂ ਬੈਠੇ ਗਏ, ਇੱਕ ਇਹ ਵੀ ਹੁੰਦਾ ਆ ਸਵਾਲ ਦਾ ਹੈ ਨਾ, ਕਿ ਕਈ ਵਾਰੀ ਸਵਾਲ ਖੜਾ ਕਰਨ ਨੂੰ ਹੀ ਪੁੱਛਿਆ ਜਾਂਦਾ ਆ। ਪਿਛਲੇ ਮਹੀਨੇ ਸੇ ਕਾਰਜਸ਼ਾਲਾ ਲਗਾਈ, ਉਹ ਔਨਲਾਈਨ ਸੀ ਕਾਰਜਸ਼ਾਲਾ ਤੇ ਹੈ ਨਾ। ਉਹ ਸਾਡੇ ਖੰਡ ਕੀਰਤਨ ਜਥੇਦਾਰ ਸਿੰਘ ਹੈਗਾ, ਨਾਮ ਤਾਂ ਚਲੋ ਕਾਹਨੂੰ ਲੈਣਾ, ਕਿ ਅਸੀਂ ਬਾਬਾ ਖੜਕ ਸਿੰਘ ਹੁਣਾਂ ਦੀ ਗੱਲ ਕੋਟ ਕੀਤੀ ਕਿ ਬਾਬਾ ਖੜਕ ਸਿੰਘ ਹੁਣੇ ਕਹਿੰਦੇ ਸੀਗੇ ਕਿ ਜਿਹੜਾ ਸਰੂਪ ਆ ਉਹ ਹੱਥ ਲਿਖਤ ਹੀ ਹੋ ਸਕਦਾ ਹੈਗਾ। ਜਿਹੜਾ ਛਾਪਾਖਾਨਾ ਹੈ ਗੁਰੂ ਸਾਹਿਬ ਦੀ ਬੇਅਦਬੀ ਆ। ਤਾਂ ਹੁਣ ਬਾਬਾ ਖੜਕ ਸਿੰਘ ਹੁਣਾਂ ਦੀ ਗੱਲ ਆ, ਵਿਰਾਸਤ ਨਾਲ ਜੁੜੀ ਗੱਲ ਆ। ਅਸੀਂ ਕਾਰਜਸ਼ਾਲਾ 'ਚ ਗੱਲ ਦੱਸੀ ਤਾਂ ਉਹ ਸਿੰਘ ਸਾਡੇ ਨਾਲ ਪਿਆਰ ਵੀ ਹੈਗਾ ਆ, ਪਰ ਉਹ ਸਿੰਘਾਂ 'ਚੋਂ ਜਿਹੜਾ ਥੋੜ੍ਹਾ ਬਹੁਤ ਦਾਤਨ ਗੁਰਲਾ ਚੱਲਦਾ ਰਹਿੰਦਾ ਆ। ਅਤੇ ਫਿਰ ਉਹਨੇ ਸਵਾਲ ਖੜਾ ਕੀਤਾ ਕਿ ਕੋਈ ਬਹੁਤ ਵੱਡੇ ਸੰਤ ਹੈਗੇ ਆ, ਉਹ ਵੀ ਛਾਪੇਖਾਨੇ ਤੋਂ ਪੜ੍ਹਦੇ ਰਹੇ ਆ, ਫਿਰ ਉਹਨਾਂ ਨੇ ਬੇਅਦਬੀ ਹੋ ਗਈ। ਗੱਲ ਵਿਰਾਸਤ ਦੀ ਹੁੰਦੀ ਆ ਕਿ ਅੱਜ ਜੇ ਬਾਕੀ ਜਿਵੇਂ ਹਰਿਮੰਦਰ ਸਾਹਿਬ ਨੂੰ ਡਿਜ਼ਾਈਨ ਹੀ ਇਸ ਹਿਸਾਬ ਨਾਲ ਕੀਤਾ ਗਿਆ ਸੀ ਗੁਰੂ ਸਾਹਿਬਾਨ ਵੱਲੋਂ ਕਿ ਉਹ ਸਰਦੀਆਂ ਦੇ ਵਿੱਚ ਅਸੀਂ ਕਹੀਏ ਕਿ ਗਰਮ ਰਹਿੰਦਾ ਸੀ ਅੰਦਰੋਂ, ਗਰਮੀਆਂ ਦੇ ਵਿੱਚ ਅੰਦਰੋਂ ਠੰਡਾ ਰਹਿੰਦਾ ਸੀਗਾ, ਕਿ ਉਹਦੇ ਜਿਹੜੇ ਰੌਸ਼ਨਦਾਨ ਨੇ ਜਾਂ ਅੰਦਰੋਂ ਜਿਹੜੀਆਂ ਘਮੂਰੀਆਂ ਆਉਂਦੀਆਂ ਨੇ ਮੁੜ ਕੇ, ਉਹ ਹਵਾ ਨੂੰ ਇੰਨਾ ਠੰਡਾ ਕਰਦੀਆਂ ਹੈ ਨਾ, ਜਾਂ ਪਾਣੀ 'ਚੋਂ ਹਵਾ ਉੱਠ ਕੇ ਆਉਂਦੀ ਆ। ਹੁਣ ਜੇ ਤੁਸੀਂ ਉਹਨਾਂ ਘਮੂਰੀਆਂ ਨੂੰ ਬੰਦ ਕਰਤਾ ਸੀਮੈਂਟ ਦੇ ਨਾਲ ਅਤੇ ਅੰਦਰ AC ਲਾਤੇ ਆ, ਅਤੇ ਇਹਦਾ ਮਤਲਬ ਕਿ ਤੁਸੀਂ ਜਿਹੜੀ ਵਿਰਾਸਤ ਦੀ ਪ੍ਰਕਿਰਿਆ ਸੀਗੀ ਉਹਨੂੰ ਤੋੜ ਕੇ ਸੁਵਿਧਾਵਾਂ ਅੰਦਰ, ਪਰ ਉਹ ਸੁਵਿਧਾਵਾਂ ਲਈ ਲੋੜ ਹੈ ਨਹੀਂ ਸੀਗੀ, ਕਿ ਉਹ ਡਿਜ਼ਾਈਨ ਹੀ ਇਸ ਹਿਸਾਬ ਨਾਲ ਸੀਗਾ। ਤਾਂ ਕਰਕੇ ਫਿਰ ਜਿਹੜੀਆਂ ਇਹ ਚੀਜ਼ਾਂ ਇਹਨਾਂ ਨੂੰ ਸਮਝਣਾ ਹਰ ਇੱਕ ਦੇ ਵੱਸ ਨਹੀਂ ਗਾ। ਬਹੁਤ ਜਾਣਿਆਂ ਨੂੰ ਲੱਗਦਾ ਹੋਵੇਗਾ ਇੱਥੇ ਬੈਠੇ ਵੀ ਹੈ ਨਾ ਕਿ ਡੋਬੇ ਨਾਲ ਕਲਮ ਨਾਲ ਇੰਝ ਸਮਾਂ ਜ਼ਿਆਦਾ ਖਰਾਬ ਹੁੰਦਾ, ਪਰ ਇਸ ਰਾਹ ਦੇ ਉੱਤੇ ਜਾਂ ਇਸ ਆਨੰਦ ਨੂੰ ਜਿਹੜਾ ਉਹ ਬਾਣੀ ਨੂੰ ਲਿਖਣਾ ਵੀ ਇੱਕ ਉਹਦੀ ਗੁਰੂ ਸਾਹਿਬ ਦੀ ਅਰਾਧਨਾ ਹੁੰਦੀ ਆ ਹੈ ਨਾ। ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਗਾਉਣਾ, ਬਾਣੀ ਨੂੰ ਲਿਖਣਾ, ਇਹ ਇੱਕ ਗੁਰੂ ਸਾਹਿਬ ਦੀ ਅਰਾਧਨਾ ਆ ਨਾ। ਤਾਂ ਕਰਕੇ ਅਸੀਂ ਅੱਜ ਅੱਖਰਕਾਰੀ ਜਿਹੜੀ ਜਮਾਤ ਹੈਗੀ ਆ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ। ਹਾਂ, ਮਤਲਬ ਜਿਵੇਂ ਉਹਨਾਂ ਨੇ ਕਿਹਾ ਤਾਂ ਮੈਨੂੰ ਤਾਂ ਬਹੁਤ ਢੁੱਕਦੀ ਹੋਈ ਚੀਜ਼ ਲੱਗਣ, ਕਿਉਂਕਿ ਉਹ ਕਹਿੰਦੇ 14 ਮਿੰਟ 'ਚ ਤੁਸੀਂ ਦੱਸਿਆ ਕਿ ਛਪ ਜਾਂਦਾ। ਇੱਕ ਗੱਲ ਹੈ ਜਿਹੜੀ ਪਹਿਲਾਂ ਸਾਨੂੰ ਉਸ ਭਾਵ ਪਹਿਲਾਂ ਲਿਆਉਣਾ ਪੈਂਦਾ ਕਿਸੇ ਨੂੰ ਲਿਖਣ ਲੱਗਿਆ। ਇੱਕ ਛੋਟਾ ਜਿਹਾ ਚਿੱਠੀ ਲਿਖਣੀ ਹੋਵੇ ਸਪੋਜ਼, ਤਾਂ ਉਹਦੇ 'ਚ ਭਾਵ 'ਚ ਆ ਕੇ ਉਸ ਬੰਦੇ ਬਾਰੇ ਹੀ ਸੋਚੀਆਂ, ਫਿਰ ਵਿਚਾਰ ਅੰਦਰ ਆਉਂਦੇ, ਫਿਰ ਸਾਡੀ ਉਹ ਯਾਤਰਾ ਸ਼ੁਰੂ ਹੁੰਦੀ ਕਿ ਅਸੀਂ ਹੁਣ ਉਹਨੂੰ ਕੀ ਲਿਖਣਾ। ਫਿਰ ਅਸੀਂ ਉਹਨੂੰ ਅਖਬਾਰ ਤੋਂ ਥੱਲੇ ਆਉਂਦੀ, ਉੱਥੇ ਅੱਖਰ ਬਣਦੇ, ਫਿਰ ਉਹ ਪਹੁੰਚਦੀ ਆ, ਫਿਰ ਉਹਦੇ ਬਲਬਲੇ ਅੱਧੋ ਜਾਗਦੇ ਜਦੋਂ ਉਹ ਚਿੱਠੀ ਦੀ ਇੰਤਜ਼ਾਰ 'ਚ ਆ, ਪਹਿਲਾਂ ਫਿਰ ਉਹ ਲੈ ਕੇ ਪੜ੍ਹਨ ਲੱਗਾ, ਫਿਰ ਉਹਦੇ ਅੰਦਰ ਫਿਰ ਉਹਨੇ ਸਾਂਭ ਕੇ ਰੱਖਣੀ। ਕਿੰਨੀ ਇੱਕ ਛੋਟੀ ਜਿਹੀ ਗੱਲ ਤੋਂ ਇੰਨੀ ਵੱਡੀ। ਹੁਣ ਜਿਹੜੀ ਗੁਰੂ ਸਾਹਿਬ ਦੀ ਬਾਣੀ ਆ ਉਹ ਤਾਂ ਮੇਰੇ ਹਿਸਾਬ ਨਾਲ ਇਹ ਸਾਰੀ ਯਾਤਰਾ 'ਚ ਨਿਕਲੂਗੀ। ਉਹ ਭਾਵ ਜਿਹੜਾ ਪੜ੍ਹੂਗਾ ਉਹ ਤਾਂ ਆਟੋਮੈਟਿਕਲੀ ਉਹਦੇ ਅੰਦਰ ਆਉਣੀ ਆ, ਤਾਂ ਉਹਦਾ ਪੈਰਲਲ ਕਦੀ ਵੀ ਮੈਨੂੰ ਲੱਗਦਾ ਪ੍ਰੈਸ ਵਾਲੀ ਚੀਜ਼ ਨਹੀਂ ਕਰ ਸਕਦੀ। ਹਾਂ, ਇਹ ਹੈਗਾ ਕਿ ਅਸੀਂ ਹੈ ਨਾ ਦੂਰ ਬੜਾ ਨਿਕਲ ਆਏ ਹਾਂ ਉਹਦੇ ਵਿਰਸੇ ਤੋਂ, ਆਪਦੀਆਂ ਚੀਜ਼ਾਂ ਤੋਂ, ਕਿ ਹੁਣ ਬਹੁਤ ਘੱਟ ਗੁਰਸਿੱਖ ਹੈਗੇ ਆ ਕਿ ਜੋ ਇੱਧਰ ਨੂੰ ਮੁੜਨਾ ਚਾਹੁੰਦੇ ਆ, ਕਿਉਂਕਿ ਜਦੋਂ ਕੋਈ ਚੀਜ਼ ਲੰਮੇ ਸਮੇਂ ਬਾਅਦ ਹੋਵੇ ਉਹਦਾ ਪਤਾ ਨਹੀਂ ਲੱਗਦਾ। 4 ਪੀੜ੍ਹੀਆਂ ਲੰਘ ਚੁੱਕੀਆਂ ਨੇ ਉਸ ਪਰੰਪਰਾ ਨੂੰ ਖ਼ਤਮ ਹੋਇਆ, ਖ਼ਤਮ ਨਹੀਂ ਕਹਿ ਸਕਦੇ, ਉਹ ਕਿਸੇ ਨਾ ਕਿਸੇ ਹੈ ਨਾ ਰੂਪ ਦੇ ਵਿੱਚ ਜਿਉਂਦੀ ਰਹਿੰਦੀ ਆ ਅੰਦਰ ਲੋਕਾਂ ਦੇ ਮਨਾਂ ਦੇ ਵਿੱਚ। ਤਾਂ ਕਰਕੇ ਫਿਰ ਜਿਵੇਂ ਗੁਰਬਾਣੀ ਨਾਲ ਇੱਕ ਇਹ ਹੁੰਦਾ ਹੈ ਕਿ ਜਦੋਂ ਅਨੰਦਪੁਰ ਸਾਹਿਬ ਦਾ ਜ਼ਿਕਰ ਆਉਂਦਾ ਹੈ ਨਾ, ਕਿ ਇੱਕ ਸਿੰਘ ਜਦੋਂ ਬਾਣੀ ਪੜ੍ਹ ਰਿਹਾ ਹੁੰਦਾ ਆ ਅਤੇ ਉਹ
ਗੁਰੂ ਸਾਹਿਬ ਦੇ ਵਾਕ ਨੂੰ ਪੜ੍ਹਦੇ ਹੋਏ ਹੈ ਨਾ, ਜਿਹੜਾ ਕੈ ਦੀ ਜਗ੍ਹਾ ਕੇ ਬੋਲ ਦਿੰਦਾ ਹੈ ਨਾ, ਕਰਤੇ ਕੀ ਬਿਦ ਕਰਤਾ ਜਾਣੇ ਹੈ ਨਾ, ਕੀ ਜਾਣਾ। ਅਤੇ ਗੁਰੂ ਸਾਹਿਬ ਦਾ ਭਾਈ ਮਲਿਆਗਰ ਸਿੰਘ ਨੂੰ ਕਹਿੰਦੇ ਆ ਕਿ ਹੈ ਨਾ, ਕਿ ਉਹ ਫਿਰ ਭਾਈ ਮਲਿਆਗਰ ਸਿੰਘ ਉਹ ਸਿੰਘ ਦੇ ਚਪੇੜਾ ਮਾਰਦੇ ਆ ਤਾਬਿਆਂ 'ਚ, ਤਾਬਿਆਂ ਬੈਠੇ। ਅਤੇ ਫਿਰ ਉਹ ਸਿੰਘ ਜਦੋਂ ਅਗਲੇ ਦਿਨ ਜਾਂਦਾ ਗੁਰੂ ਸਾਹਿਬ ਕੋਲੇ, ਪੂਰਾ ਅੱਗ ਬੂਲਾ ਹੋ ਕੇ ਕਿ ਹੈ ਨਾ, ਕਿ ਗੁਰੂ ਸਾਹਿਬ ਮਤਲਬ ਤੁਹਾਡੀ ਬਾਣੀ ਨੇ ਤਾਂ ਮੈਨੂੰ ਹੈ ਨਾ ਲੋਕ ਬਰਲੋਕ ਤੋਂ ਜਮਾ ਦੀ ਮਾਰ ਤੋਂ ਬਚਾਉਣਾ ਸੀ, ਪਰ ਇਹਨੇ ਤਾਂ ਇੱਥੇ ਹੀ ਮਾਰ ਪਵਾਤੀ। ਤਾਂ ਫਿਰ ਗੁਰੂ ਸਾਹਿਬ ਕਹਿੰਦੇ ਕਿ ਜੇ ਤੈਨੂੰ ਤੇਰੇ ਵੱਜੇ ਚਪੇੜਿਆਂ ਦਾ ਦੁੱਖ ਹੈਗਾ ਆ, ਤੇ ਬਾਣੀ ਸਾਡੇ ਅੰਗ ਆ, ਜਦੋਂ ਤੂੰ ਇਹਨਾਂ ਅੰਗਾਂ ਨੂੰ ਤੋੜ ਮਰੋੜਦਾ ਆ ਤੇ ਸਾਨੂੰ ਕਿੰਨਾ ਦੁੱਖ ਹੋਇਆ ਹੋਵੇਗਾ। ਸਿਰਫ ਇੱਕ ਦਲਾਵਾਂ ਦੀ ਜਗ੍ਹਾ ਲਾਵਾਂ ਕਰਨ ਨੂੰ ਹੈ ਨਾ, ਕਿ ਸਿਰਫ ਇੰਨੀ ਨਿੱਕੀ ਗਲਤੀ ਨੂੰ, ਨਿੱਕੀ ਤਾਂ ਨਹੀਂ ਬਹੁਤ ਭਾਰੀ ਗਲਤੀ ਆ, ਪਰ ਤੁਸੀਂ ਇਹ ਲਾਓ ਕਿ ਜਦੋਂ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਪਦਛੇਦ ਕੀਤਾ ਹੋਊਗਾ ਤਾਂ ਗੁਰੂ ਸਾਹਿਬ ਨੂੰ ਕਿੰਨਾ ਦੁੱਖ ਲੱਗਿਆ ਹੋਊਗਾ ਕਿ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਤਰਤੀਬ ਨੂੰ ਬਦਲਤਾ। ਅਸੀਂ ਸਿੱਖ ਇਤਿਹਾਸ 'ਚ ਹਰ ਚੀਜ਼ ਨੂੰ ਬੰਨ੍ਹਿਆ ਗਿਆ ਆ ਕਿ ਪਿਆਰੇ ਪੰਜ ਹੀ ਹੋਣਗੇ, ਪ੍ਰਕਾਸ਼ ਇੰਝ ਹੀ ਹੋਵੇਗਾ, ਅਰਦਾਸ ਇੰਝ ਹੋਵੇਗੀ, ਲੰਗਰ, ਹਰ ਇੱਕ ਚੀਜ਼ ਨੂੰ ਬੰਨ੍ਹਿਆ ਗਿਆ, ਪਰ ਬਾਣੀ ਨਹੀਂ ਕਦੇ ਬੰਨ੍ਹੀ ਗਈ। ਇਹ ਪਹਿਲੀ ਵਾਰੀ ਇਤਿਹਾਸ 'ਚ ਹੋਇਆ ਆ, ਕਿਉਂਕਿ ਛਾਪੇਖਾਨੇ ਦੇ ਆਉਣ ਨਾਲ ਤੁਸੀਂ ਅੰਗ ਬੰਨ੍ਹ ਲਏ ਕਿ ਅੰਗ 1430 ਹੀ ਹੋਣਗੇ। ਪਦਛੇਦ ਜਿਹੜਾ ਫਿਰ ਪੋਥੀਆਂ ਆਈਆਂ, ਫਿਰ ਇਹ ਹੋ ਗਿਆ ਕਿ 1430 ਜੇ ਅੰਗ ਹੋਣਗੇ ਤਾਂ ਹੁਕਮਨਾਮੇ ਸਿਰਫ ਉਹ ਬੰਨੇ ਹੀ ਆ ਸਕਦੇ ਆ, ਹੁਕਮਨਾਮਿਆਂ ਦੇ ਵਿੱਚ ਭੇਦ ਨਹੀਂ ਆ ਸਕਦਾ। ਪੁਰਾਤਨ ਗੁਰਸਿੱਖਾਂ ਦਾ ਆਉਂਦਾ ਜੋ ਹੁਕਮਨਾਮਾ ਲੈਂਦੇ ਆ, ਚਾਹੇ ਭਾਈ ਲਛਮਣ ਸਿੰਘ ਧਾਰੋਵਾਲ ਜਦੋਂ ਨਨਕਾਣਾ ਸਾਹਿਬ ਲਈ ਜਥਾ ਲੈ ਕੇ ਜਾਂਦੇ ਆ, ਉਹਨੂੰ 3 ਵਾਰੀ ਹੁਕਮਨਾਮਾ ਲੈਂਦੇ ਆ, ਗੁਰੂ ਸਾਹਿਬ 3 ਵਾਰੀ ਇੱਕੋ ਗੱਲ ਉਹਨੂੰ ਕਹਿੰਦੇ ਆ। ਤਾਂ ਕਰਕੇ ਜਦੋਂ ਅਸੀਂ ਗੱਲ ਕਰੀਏ ਕਿ ਜਦੋਂ ਇਹ ਬਾਣੀ ਨੂੰ ਬੰਨ੍ਹਿਆ ਗਿਆ, ਹੁਣ ਅੱਜ ਕੱਲ੍ਹ ਕੀ ਹੈਗਾ ਆ ਕਿ ਸਾਡੇ ਨੌਜਵਾਨਾਂ ਨੂੰ 10-15 ਸ਼ਬਦ ਯਾਦ ਆ ਕਿ ਹੁਕਮਨਾਮਾ ਆਹੀ ਆਉਣਾ ਆ, ਇਸ ਤੋਂ ਇਲਾਵਾ ਆ ਹੀ ਨਹੀਂ ਸਕਦਾ ਹੈ ਨਾ। ਬਾਣੀ ਏਕ ਓਂਕਾਰ ਤੋਂ 18-10-20 ਤੱਕ ਪੂਰੀ ਰਹੇਗੀ, ਪਰ ਇਹ ਪਦਛੇਦ ਜਦੋਂ ਕੀਤਾ ਗਿਆ ਤਾਂ ਉਸ ਸਮੇਂ ਪੰਥ ਨੂੰ ਇਹ ਗੱਲ ਕਹੀ ਗਈ ਕਿ ਹੁਣ ਜੀ ਵਿਗਿਆਨਿਕ ਯੁੱਗ ਆ ਚੁੱਕਿਆ, ਰੇਡੀਓ ਆ ਗਏ ਸੀਗੇ, ਕਿ ਹੁਣ ਸਾਨੂੰ ਜਿਹੜਾ ਹੈਗਾ ਆ, ਕਿਉਂਕਿ ਖਾਲਸਾ ਸਕੂਲਾਂ ਦੇ ਵਿੱਚ ਪੰਜਾਬੀ ਬੰਦੇ ਸਿੱਖ ਰਹੇ ਸੀਗੇ ਹੈ ਨਾ, ਸਾਰੇ ਪੜ੍ਹ ਰਹੇ ਸੀਗੇ, ਅਤੇ ਕਹਿੰਦੇ ਜੀ ਹੁਣ ਪੰਜਾਬੀ ਪੜ੍ਹਨੀ ਸਾਰਿਆਂ ਨੂੰ ਆਉਂਦੀ ਆ ਅਤੇ ਇਹਨੂੰ ਪਦਛੇਦ ਕਰ ਦਿਓ, ਤਾਂ ਕਰਕੇ ਜਿਹਨੂੰ ਵੀ ਪੰਜਾਬੀ ਪੜ੍ਹਨੀ ਆਉਂਦੀ ਆ ਅਤੇ ਉਹ ਸਹਿਜ ਪਾਠਕ ਆਪਦਾ ਕਰ ਸਕੇ। ਅਤੇ ਫਿਰ ਸਾਰੇ ਸਰੂਪ ਨੂੰ ਪਦਛੇਦ ਕਰ ਦਿੱਤਾ ਗਿਆ ਅਤੇ ਉਹਦੀਆਂ ਸੈਂਚੀਆਂ ਬਣਾ ਦਿੱਤੀਆਂ ਗਈਆਂ। ਇਹ ਉਸ ਸਮੇਂ ਕਿਹਾ ਗਿਆ ਕਿ ਪਦਛੇਦ ਜਿਹੜੀ ਇਹ ਪੋਥੀ ਆ, ਉਹਨੂੰ ਸਰੂਪ ਨਹੀਂ ਕਦੇ ਕਿਹਾ ਗਿਆ ਕਿ ਪਦਛੇਦ ਪੋਥੀ ਦਾ ਕਦੇ ਵੀ ਪ੍ਰਕਾਸ਼ ਨਹੀਂ ਹੋਵੇਗਾ ਹੈ ਨਾ, ਕਿਉਂਕਿ ਪ੍ਰਕਾਸ਼ ਹਮੇਸ਼ਾ ਲੜੀਵਾਰ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦਾ ਹੀ ਹੋ ਸਕਦਾ ਹੈ। ਇਸ ਲਈ ਤਖਤਾਂ ਦੇ ਉੱਤੇ ਜਾਂ ਇਤਿਹਾਸਿਕ ਗੁਰੂ ਘਰਾਂ ਦੇ ਵਿੱਚ ਹਜੇ ਵੀ ਉਹਨਾਂ ਸਰੂਪਾਂ ਦਾ ਹੀ ਪ੍ਰਕਾਸ਼ ਹੁੰਦਾ ਹੈ, ਪਰ ਬਾਕੀ ਜਗ੍ਹਾ ਉਹ ਪਦਛੇਦ ਸੈਂਚੀਆਂ ਨੂੰ ਇਕੱਠਾ ਕਰਕੇ ਸਰੂਪ ਬਣਾ ਦਿੱਤਾ ਗਿਆ, ਫਿਰ ਉਹਨੂੰ ਪ੍ਰਕਾਸ਼ ਕਰ ਦਿੱਤਾ ਗਿਆ। ਪਰ ਹੁਕਮਨਾਮਾ ਜਿਹੜਾ ਹੁਕਮ ਦੇਣਾ ਆ, ਇਸੇ ਲਈ ਜਿਹੜੇ ਅੱਜ ਵੀ ਸਾਡੇ ਪੁਰਾਤਨ ਗੁਰਸਿੱਖ ਕਈ ਹੈਗੇ ਆ ਜੋ ਪਦਛੇਦ ਪੋਥੀ ਨੂੰ ਮੱਥਾ ਨਹੀਂ ਟੇਕਦੇ ਗੇ, ਉਹਨਾਂ ਨੂੰ ਉਹ ਕਿਉਂਕਿ ਗੁਰੂ ਦਾ ਦਰਜਾ ਨਹੀਂ ਗਾ, ਉਹ ਸਿਰਫ ਸਹਿਜ ਪਾਠ ਕਰਨ ਲਈ ਸੈਂਚੀਆਂ ਦੇ ਰੂਪ 'ਚ ਹੋ ਸਕਦੀ, ਪੂਰਨ ਰੂਪ ਦੇ ਵਿੱਚ ਉਹ ਨਹੀਂ ਹੋ ਸਕਣਾ। ਤਾਂ ਕਰਕੇ ਫਿਰ ਜਿਹੜਾ ਬਾਣੀ ਦਾ ਅਸੀਂ ਕਹੀਏ ਕਿ ਜੇ ਇੱਕ ਸਿੰਘ ਦੇ ਸਿਰਫ ਦਲਾਵਾਂ ਨੂੰ ਲਾਵਾਂ ਕਰਨ 'ਤੇ ਇੰਨੀਆਂ ਚਪੇੜਾਂ ਵੱਜੀਆਂ, ਜਦੋਂ ਅਸੀਂ ਪੰਥ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਇੱਧਰ ਉੱਧਰ ਕੀਤਾ, ਜਿਹੜੀ ਸਾਡੇ ਅੱਜ ਮਾਰ ਪੈ ਰਹੀ ਆ ਇੱਕ ਦਿਨ ਕਿਤੇ ਉੱਥੇ ਹੀ ਆ। ਤਾਂ ਹੀ ਅਸੀਂ ਸਾਰੇ ਅੱਜ ਪਦਛੇਦ ਹੋ ਗਏ ਹਾਂ, ਤਾਂ ਹੀ ਅਸੀਂ ਇਕੱਠੇ ਨਹੀਂ ਗਏ ਨਾ। ਤਾਂ ਕਰਕੇ ਇਹ ਅੱਖਰਕਾਰੀ ਦੀ ਕਾਰਜਸ਼ਾਲਾ ਉੱਧਰਲੇ ਕਦਮਾਂ ਵਾਲੇ ਇੱਕ ਕਦਮ ਹੈਗਾ ਆ। ਅੱਜ ਅਸੀਂ ਸਿਰਫ ਬੁਨਿਆਦੀ ਅੱਖਰਾਂ 'ਤੇ ਗੱਲ ਕਰਾਂਗੇ ਕਿ ਕਿਉਂਕਿ ਅੱਜ ਬਹੁਤ ਬੇਸਿਕ ਕਾਰਜਸ਼ਾਲਾ ਆ, ਅਜਿਹੀਆਂ ਆਪਾਂ ਹੈ ਨਾ 10 ਕਾਰਜਸ਼ਾਲਾ ਲਗਾਵਾਂਗੇ ਕਿ ਜਿਹੜੇ ਸਾਡੇ ਹੈ ਨਾ ਇੱਥੇ ਨਹੀਂ ਵੀ ਬੈਠੇ ਜਾਂ ਔਨਲਾਈਨ ਬੈਠੇ ਵਿਦਿਆਰਥੀ ਆ ਉਹਨਾਂ ਲਈ ਵੀ, ਕਿ ਅੱਜ ਜਿਹੜੀ ਬੇਸਿਕ ਕਾਰਜਸ਼ਾਲਾ ਆ ਅਤੇ ਜਿਹੜੇ ਅੱਖਰ ਅੱਜ ਤੁਹਾਨੂੰ ਸਿਖਾਏ ਜਾਣਗੇ ਇਹ ਸਰੂਪ ਸਾਹਿਬ ਲਿਖਣ ਲਈ ਨਹੀਂ ਗੇ, ਇਹ ਸਿਰਫ ਤੀਰਮੁਖੀ ਗੋਲੀਏ ਅੱਖਰ ਆ ਕਿ ਤੁਹਾਨੂੰ ਕਲਮ ਦਾ ਮੋੜਾ ਜਾਂ ਕਲਮ ਦਾ ਡੋਬਾ ਆ ਜਾਵੇ। ਠੀਕ ਹੈ, ਜਿਹੜੀ ਅਗਲੀ ਕਾਰਜਸ਼ਾਲਾ ਆਵੇਗੀ ਉਹਦੇ 'ਚ ਆਪਾਂ ਸਰੂਪ ਸਾਹਿਬ ਦੇ ਅੱਖਰ ਜਾਂ ਉਹਨਾਂ ਅੱਖਰਾਂ ਬਾਰੇ ਗੱਲ ਕਰਾਂਗੇ ਹੈ ਨਾ।
ਤੇ ਬਾਕੀ ਜੇ ਕੋਈ ਆਪਣੀ ਕਾਰਜਸ਼ਾਲਾ ਦੌਰਾਨ ਗੱਲ ਆਈ ਜਾਵੇਗੀ ਆਪਾਂ ਉੱਥੋਂ ਗੱਲ ਸ਼ੁਰੂ ਕਰ ਸਕਨੇ ਆ, ਹੈ ਨਾ। ਸਾਰਿਆਂ ਕੋਲੇ ਕਾਗਜ਼ ਜਿਹੜਾ ਹੈਗਾ ਉਹ 4 ਲਾਈਨਾਂ ਵਾਲਾ ਕਾਗਜ਼, ਜਿਹੜਾ ਬੱਚਿਆਂ ਦੇ ABC ਲਿਖਣ ਵਾਲਾ, ਉਹ ਪਹੁੰਚ ਗਿਆ ਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਨਾ ਕਲਮ ਨੂੰ ਡਿਪ ਕਰੋ, ਡੋਬਾ। ਡੋਬਾ ਲੈ ਕੇ ਨਾ ਇੰਜ ਸਿੱਧੀ ਕਤਾਰ ਖਿੱਚਣੀ ਆ। ਇਹ ਨਾ ਕਲਮ ਜਿਹੜੀ ਆ ਥੋੜੀ ਤੁਸੀਂ ਟੇਪਰ ਰੱਖਣੀ ਆ। ਤੁਸੀਂ ਆਪਣੀ ਕਲਮ ਨੂੰ ਗੌਰ ਨਾਲ ਦੇਖੋ। ਇਹ ਅੱਗੋਂ ਚਪਟੀ ਆ, ਹੈ ਨਾ। ਅੱਜ ਆਪਾਂ ਚਪਟੀ ਕਲਮ ਵਰਤ ਰਹੇ ਆ ਤੇ ਇਹਨੂੰ 45 ਦੇ ਕੋਣ ਤੇ ਰੱਖਣਾ ਆ, ਠੀਕ ਆ। ਹਾਂ ਸਹੀ ਆ। ਰਤਨ ਕੌਰ ਤੁਸੀਂ ਮਦਦ ਕਰੋ। ਇੱਦਾਂ 45 ਦਾ ਕੋਣ ਇਹ ਹੁੰਦਾ ਹੈ ਨਾ, ਜਿਵੇਂ ਆਹ 90 ਦਾ ਹੁੰਦਾ ਸਿੱਧਾ, ਹੈ ਨਾ, 45 ਦਾ ਟੇਢਾ। ਹਾਂ ਕਲਮ ਪੂਰੀ ਟੱਚ ਹੋਵੇਗੀ। ਧਿਆਨ ਰੱਖਣਾ ਕਲਮ ਨੂੰ ਪੂਰਾ ਟੱਚ ਕਰਨਾ ਆ, ਕਿਉਂਕਿ ਪੈਨ ਦੇ ਥੱਲੇ ਨਿੱਕੀ ਜੀ ਗੇਂਦ ਹੁੰਦੀ ਆ, ਉਹ ਘੁਮਾਉਣੇ ਆ, ਹੈ ਨਾ। ਗੇਂਦ ਘੁੰਮਦੀ ਆ, ਸਿਆਹੀ ਛੱਡਦੀ ਜਾਂਦੀ ਆ। ਇਹਨੂੰ 45 ਦੇ ਕੋਣ ਤੇ ਰੱਖ ਕੇ ਇੰਜ ਨਿੱਕੀਆਂ ਨਿੱਕੀਆਂ ਡੰਡੀਆਂ ਖਿੱਚਣ ਦੀ ਜਿਹੜੀ ਅਸੀਂ ਕੋਸ਼ਿਸ਼ ਕਰਾਂਗੇ। ਜਿਹੜਾ ਕਲਮ ਦਾ ਟੁੱਟਿਆ ਭਾਗ ਹੈਗਾ ਆ ਉਹ ਅੰਦਰਲੇ ਪਾਸੇ ਰੱਖਣਾ ਆ। ਹਾਂ ਖਿੱਚ ਲਈ ਲਾਈਨ, 4-5 ਲਾਈਨਾਂ ਖਿੱਚ ਲਓ। ਹਾਂ ਆਜ਼ਾਦ ਕਲਮ ਦੂਜੀ ਦਿਓ ਜੀ ਇਹਨਾਂ ਨੂੰ। ਹੋਰ ਹੁਣ ਨਾ ਤੁਸੀਂ ਇੱਧਰ ਦੇਖੋ, ਸਾਰੇ ਜਾਣੇ ਜਿਹੜੇ ਇੱਧਰ ਲਿਖੇ, ਇੱਧਰ ਸਾਰੇ ਜਾਣੇ। ਠੀਕ ਹੈ, ਇੰਜ ਬਣਾਉਣਾ ਆ। ਠੀਕ ਹੈ। ਕਲਮ ਚੱਕਣੀ ਨਹੀਂ ਗੀ। ਜੇ ਇਧਰ ਸਾਰੇ ਜਣੇ ਦੇਖੋ, ਵਾਹਿਗੁਰੂ। ਠੀਕ ਆ। ਇੱਕ ਵਾਰੀ ਤੁਸੀਂ ਨਾ ਪਹਿਲਾਂ ਆਪਾਂ ਇੰਜ ਲਾਈਨ ਖਿੱਚੀ ਸੀਗੀ, ਹੈ ਨਾ। ਹੁਣ ਇੰਜ ਥੱਲੇ ਨੂੰ ਖਿੱਚ ਕੇ ਦੇਖੋ, 90 ਦੇ ਕੋਣ 45 ਦੇ ਰਹੇਗਾ। ਇਹ ਅੱਖਰਾਂ ਲਈ ਜਿਹੜਾ ਕਲਮ ਦਾ ਕੋਣ ਆ ਉਹ 45 ਹੀ ਰਹਿੰਦਾ ਆ। ਉੱਪਰ ਵਾਲੀ ਡੰਡੀ ਵੱਡੀ, ਹੈ ਨਾ, ਥੱਲੇ ਵਾਲੀ ਜਿਹੜੀ ਆ ਛੋਟੀ। ਹੱਥ ਬਹੁਤ ਸਾਫ ਆ ਤੇਰਾ। ਕਲਮ ਪੂਰੀ ਟੱਚ ਹੋਵੇਗੀ, ਅੱਧੀ। ਹਾਂ ਫਲੈਟ 'ਚ, ਜਿਵੇਂ ਉੱਪਰ ਵਾਲੀਆਂ ਡੰਡੀਆਂ ਮੋਟੀਆਂ, ਥੱਲੇ ਵਾਲੀ ਪਤਲੀ ਆ ਹੀ ਨਹੀਂ ਸਕਦੀ। ਇਸ ਨੂੰ ਆਪਣੇ ਕਾਗਜ਼ ਦੇ ਉੱਪਰ 9 ਵਾਰੀ ਬਣਾ ਲਓ, ਵਾਹਿਗੁਰੂ।
हुण ठीक है पुत्त। ठीक आ, करिए शुरू अगे। क्योंकि अज की जिहड़ी कार्यशाला आ ना, जिवें गुरु साहब कहते ना कि है ना, हर पढ़, हर लिख, हर जप, हर गाओ, चार तरह नाल जिहड़ी आराधना है ना गुरु साहब कह रहे आ। हरि दे नाम नू है ना पढ़ना, लिखना, जपना, गाउणा। पढ़ भी लेने आ, जप भी लेने आ, गा भी लेने आ, पर लिखते नहीं गए। लिखना भी एक गुरु साहब कहते ना कि हर भौजल पार उतारी, कि भौजल चों लंघण दा ये चार तरीके हैगे आ। हुण देखो जी, इधर जिथों कलम छड्डी सीगी उत्थों ही चक के दद्दा, चच्चा, ठीक है जी, वावा, आ केड़ा अखर आ है? नैया। हाँ ठीक है, तो इत्थों ही जज्जा, ये तो हो गया है ना। इत्थों ही फफा है, ते आखिरी टड्डा। आ किहड़ा अखर है? टैंका हुंदा ही नहीं पंजाबी च पुत्त। ये बड़ा दोष आ गया इसी अखरां दा है ना। ये गुरु साहिब दे अखर आ, इन्हां च विगाड़ नहीं कर सकते आपां। कबीर जी की कहंदे आ कि टट्टा बिस्ट घाट कट माही। उचारण हुंदा है लाइनां दा है ना, जिन्नियां कतारां आ, जिवें टट्टा, ठट्ठा, डड्डा, ढड्डा, हर एक है ना कंठी कंठ नाल है ना ऊपर वज रही है ना जीव। अखर कह डड्डा ढड्डा है ना, उवें टट्टा ठट्ठा डड्डा ढड्डा, उवें जीव इक्को च। जे अगलियां कतारां जावांगे तत्ता तत्था दद्दा दंदां नाल वज रही है दंती है ना, ये शब्दां दा उचारण आ। हुण जे तुसीं टट्टे दी जगह शब्द वरतोगे टैंका, फिर ठट्ठे नूं क्यों ठट्ठा कहने, उहनूं भी ठैंका कहो, डड्डे नूं डैंका, ढड्डे नूं ढैंका है ना। इंज फिर सारे अखरां नूं विगाड़ दी पूरी पूरी दी पूरी कतार नूं। इसे लिए ये गुरु दे अखर आ, इन्हां दे विच है ना फेर बदल नहीं करना गा, जिहड़ा इन्हां दा उचारण आ। इसलिए संथਿਆ बड़ा जरूरी चीज़ कही गई सीगी। पहला जिक्र हुंदा आ, कहंदे कि जदों सिखां दा तो 100 साल पहलां जाइए, कहंदे जे 100 जाना अमृत छकण आउंदा सी ना, तो सिर्फ 3-4 जाणिਆਂ ਨੂੰ ਦਾਤ मिलदी सीगी, बाकी सारिਆਂ ਨੂੰ मोड़ दिता जांदा सीगा कि भी तुसी हले लायक नहीं गे है ना, कि तुसी हले होर अभ्यास करो है ना। क्योंकि अमृत छकण लई पहलां तो जिहड़ा बाहर पहरे ते ਸਿੰਘ हुंदा सीगा, ਉਹ ਤੁਹਾਡੇ ਤੋਂ ਪੰਜਾਬੀ ਦਾ ਉਚਾਰਨ ਸੁਣਦਾ ਸੀਗਾ, ਬਾਣੀਆਂ ਸੁਣ ਲੈਂਦਾ ਸੀਗਾ है ना, फिर जाके किते ਤੁਹਾਨੂੰ अमृत की दात मिलती सी। हुण अज कल तो उल्ट हो गया है ना, कि वैसे जी कहते 100 जाना जाता तो 150 ਨੂੰ ਛਕਾ ਦਿੰਦੇ ਆ। नाल ਜਿਹੜੇ आए ਹੁੰਦੇ ਉਹਨਾਂ ਨੇ ਕਹਿੰਦੇ ਸੀ ਛਕ ਲਓ कोई गल नहीं है ना, ਰਹਿਤ ਤਾਂ ਰੱਖੀ ਜਾਊਗੀ, ਰਹਿਤ ਕਿਹੜੀ ਚੀਜ਼ ਆ। ਇਸੇ ਲਈ ਪੰਜਾਬੀ ਆਉਣਾ ਅਤਿਅੰਤ ਜ਼ਰੂਰੀ ਆ, ਤੇ ਪੰਜਾਬੀ 'ਚ ਵਿਗਾੜ ਨਹੀਂ ਕਰਨਾ। ਇਹ ਅੱਖਰ ਦਾ ਨਾਮ ਜਿਹੜਾ ਆ ਉਹ ਟੱਟਾ ਆ, ਟੱਟਾ ਠੱਠਾ ਡੱਡਾ ਢੱਡਾ ਪੂਰੀ ਪੂਰੀ ਕਤਾਰ। ਟੈਂਕਾ ਪੰਜਾਬੀ ਦੇ ਵਿੱਚ ਕੋਈ ਅੱਖਰ ਹੈ ਹੀ ਨਹੀਂਗਾ। हो गए अखर ये जो आप अखर कर रहे हैं तीर मुखी, गुरु साहिब के हुक्मनामे या मूल मंत्र इस च मिल जाते आ, तीरां दी उहदे च। पर इस नाल सरूप नहीं लिखना गा, क्योंकि इहदे च पैरां दे अखरां दी समस्या हुंदी है ना। एक सिंह सीगा साडा,
ਉਹਨੇ ਸਾਨੂੰ ਸਰੂਪ ਸਾਹਿਬ ਭੇਜਿਆ ਲਿਖ ਕੇ। ਉਹਨੂੰ ਪੈਰਾਂ ਦੇ ਅੱਖਰਾਂ ਦਾ ਇੰਨਾ ਦੋਸ਼ ਆ ਕਿ ਅਸੀਂ ਕਿਹਾ ਕਿ ਤੂੰ ਇੰਝ ਕਰ, ਠੀਕ ਹੈ ਤੇਰੀ ਭਾਵਨਾ ਚੰਗੀ ਹੈਗੀ ਆ, ਹੁਣ ਇਹ ਸਰੂਪ ਸਾਹਿਬ ਲੇਕਿਨ ਕਿ ਇਹ ਪ੍ਰਮਾਣਿਤ ਨਹੀਂ ਗਾ। ਤਾਂ ਹੀ ਕਰਕੇ ਜਿਹੜੇ ਅੱਖਰ ਆਪਾਂ ਸਿੱਖ ਰਹੇ ਹਾਂ ਉਹ ਸਿਰਫ ਆਪਾਂ ਤਾਂ ਸਿੱਖ ਰਹੇ ਆ ਕਿ ਤੁਹਾਨੂੰ ਕਲਮ ਦਾ ਡੋਬਾ ਜਾਂ ਕਲਮ ਦਾ ਹੱਥ ਦਾ ਮੋੜਾ ਉਹ ਆ ਜਾਵੇ। ਸਰੂਪ ਸਾਹਿਬ ਲਈ ਅੱਖਰ ਜਾਂ ਕਲਮਾਂ ਉਹ ਆਪਾਂ ਅੱਗੇ ਕਰਾਂਗੇ, ਠੀਕ ਹੈ। ਹੁਣ ਕੀ ਕਰਨਾ ਵਾਹਿਗੁਰੂ, ਇੱਧਰ ਦੇਖੋ, ਸਿੱਧੀ ਡੰਡੀ ਤੇ ਅੰਦਰ ਨੂੰ। ਜੇ ਤੁਹਾਡੀ ਕਲਮ ਦਾ ਕੋਣ ਬਿਲਕੁਲ ਸਹੀ ਹੈਗਾ ਆ ਤਾਂ ਉੱਪਰਲੀ ਡੰਡੀ ਮੋਟੀ ਆਵੇਗੀ ਤੇ ਜਿਹੜੀ ਥੱਲੇ ਨੂੰ ਵਿਚਾਲੇ ਡੰਡੀ ਆ ਰਹੀ ਉਹ ਪਤਲੀ ਆਵੇਗੀ। ਇਹਨਾਂ ਦੇ ਵੀ ਲੈ ਲਓ। ਹਾਂ, ਇਸ ਨੂੰ ਬਣਾਉਣਾ ਵਾਹਿਗੁਰੂ 4 ਵਾਰੀ। ਇੰਝ ਅੱਖਰਾਂ ਦੀਆਂ ਮੁਹਾਰਾਂ ਹੈਗੀਆਂ ਨੂੰ ਲਿਪਾਂਕਣਕਾਰੀ ਕਹਿੰਦੇ ਆ ਕਿ ਇੰਝ ਅੱਖਰ ਇਸ ਪਰਿਵਾਰ ਦੇ ਆ। ਜਿਵੇਂ ਆਪਾਂ ਪਹਿਲਾਂ 9 ਅੱਖਰ ਕੀਤੇ ਆ ਉਵੇਂ ਫਿਰ ਬਾਕੀ ਦੇ ਆਪਾਂ। ਠੀਕ ਹੈ, ਬਣਾ ਲਏ। ਹਾਂ, ਹੁਣ ਕੀ ਕਰਨਾ ਆ, ਜਿੱਥੋਂ ਲਿਖਿਆ ਆ ਥੋੜਾ ਜਿਹਾ ਛੱਡ ਕੇ ਹਲੇ ਇੱਧਰ ਹੀ ਦੇਖਣਾ ਵਾਹਿਗੁਰੂ, ਫਿਰ ਥੋੜਾ ਛੱਡ ਕੇ ਊੜਾ ਤੱਤਾ ਡੱਡਾ। ਆ ਕਿਹੜਾ ਅੱਖਰ ਆ? ਰਾੜਾ ਤਾਂ ਹੁੰਦਾ ਨਹੀਂ ਪੁੱਤ ਪੰਜਾਬੀ ਚ, ਹੈ? ਹਾਂ, ਰਾੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੀ ਲੇਟ, ਬਹੁਤ ਜ਼ਿਆਦਾ ਲੇਟ ਆਏ ਹੋ, ਹੈਂ? ਕੋਈ ਨਹੀਂ, ਇਹ ਅੱਗੇ ਵੀ ਇਹਨਾਂ ਦੀ ਵੀ ਜਮਾਤ ਲੱਗੀ ਆ। ਇਹ ਹੈ ਨਾ ਖਾਲਸਾ ਆਰਮੀ ਹੁੰਦਾ ਹੈ ਨਾ, ਇਹ ਅਨੁਸ਼ਾਸਨ ਦਾ ਪਾਬੰਦ ਚਾਹੀਦਾ। ਫਿਰ ਤੁਹਾਨੂੰ ਸੁਨੇਹਾ ਛੱਡਣਾ ਚਾਹੀਦਾ ਸੀਗਾ, ਹੈ ਨਾ, ਕਿ ਅੱਜ ਅਸੀਂ ਦੇਰੀ ਨਾਲ ਆ ਰਹੇ ਹਾਂ। ਸ਼ੁਕਰ ਆ ਤੁਸੀਂ ਸਾਰੇ 18ਵੀਂ ਸਦੀ 'ਚ ਨਹੀਂ ਸੀਗੇ, ਹੈ ਨਾ। ਉਦੋਂ ਸਿੰਘਾਂ ਨੇ ਕਹਿਣਾ ਸੀ ਅੱਜ ਮੁਲਤਾਨ ਦਾ ਕਿਲ੍ਹਾ ਫਤਿਹ ਕਰਨਾ ਆ ਜਾਂ ਉੱਧਰ ਮੁਹਿੰਮ 'ਤੇ ਜਾਣਾ ਆ, ਤੁਸੀਂ 2-2 ਘੰਟੇ ਲੇਟ ਪਹੁੰਚਿਆ ਕਰਨਾ ਸੀ, ਸਿੰਘਾਂ ਨੂੰ ਐਂ ਸ਼ਹੀਦ ਕਰਾ ਦਿਆ ਕਰਨਾ ਸੀ ਤੁਸੀਂ। ਹਾਂ, ਦੇਖਿਆ, ਤਾਂ ਹੀ ਗੁਰੂ ਸਾਹਿਬ ਨੇ ਤੁਹਾਨੂੰ 21ਵੀਂ ਸਦੀ 'ਚ ਲੈ ਕੇ ਆਂਦਾ ਹੈ। ਇਹਦੇ ਨਾਲ ਹੋ ਗਏ ਊੜਾ ਤੱਤਾ ਡੱਡਾ ਡਾੜਾ। ਰਾੜਾ ਅੱਖਰ ਨਹੀਂ ਹੁੰਦਾ ਪੰਜਾਬੀ 'ਚ। ਰਾਰੇ ਨੂੰ ਕੰਨਾ, ਡਾੜੇ ਨੂੰ ਕੰਨਾ ਨਹੀਂ। ਰਾੜੇ ਨੂੰ ਕੰਨਾ, ਡਾੜੇ ਨੂੰ ਕੰਨਾ, ਡਾੜਾ ਡਾੜਾ। ਹਾਂ, ਇਹ ਸਾਰੇ ਦੋਸ਼ ਸੰਥਿਆ 'ਚ ਸਹੀ ਹੁੰਦੇ ਆ। ਇਸ ਲਈ ਜਿਹੜੇ ਵੀ ਚਾਹੇ ਆਨਲਾਈਨ ਲਾ ਰਹੇ ਕਾਰਜਸ਼ਾਲਾ ਜਾਂ ਇੱਥੇ ਬੈਠ ਰਹੇ ਆ, ਸੰਥਿਆ ਜ਼ਰੂਰ ਲਓ, ਹੈ ਨਾ, ਗੁਰਬਾਣੀ ਦੀ, ਹੈ ਨਾ। ਸੰਥਿਆ ਅੱਜ ਕੱਲ੍ਹ ਕੋਈ ਲੈਂਦਾ ਨਹੀਂ ਗਾ, ਪਰ ਸਹੀ ਸੰਥਿਆ 'ਤੇ ਕਹਿੰਦੇ ਆ ਕਿ 4 ਕੁ ਸਾਲ ਦਾ ਸਮਾਂ ਜਿਹੜਾ ਆ ਉਹ ਲੱਗਦਾ ਆ। ਅੱਜ ਕੱਲ੍ਹ ਸਿੰਘਾਂ ਕੋਲੇ 4 ਸਾਲ ਕਿੱਥੇ। ਪਾਦਸ਼ੇਦ ਪੋਥੀਆਂ, ਹੈ ਨਾ, ਪੰਜਾਬੀ ਪੜ੍ਹਨੀ ਆਉਂਦੀ ਆ। ਹੋ ਗਏ ਅੱਖਰ ਇਹ ਵੀ। ਕੱਟਣੀ ਕਾ ਤੋਂ ਪੁੱਤ ਹੈ, ਲਿਖ ਲਾ। ਬਾਕੀ ਸਿੰਘ ਕਿੱਧਰ ਗਏ? ਬਾਕੀ ਸਿੰਘ ਹੁਣ ਕੀ ਕਰਨਾ ਵਾਹਿਗੁਰੂ? ਸਿੱਧੀ ਡੰਡੀ ਇੰਜ ਅੱਧੀ ਕੁ ਟੀ ਬਣਾ ਦੇਣੀ ਇਹਨੂੰ। ਇੰਜ ਅੰਗਰੇਜ਼ੀ ਦਾ ਜਿਹੜਾ ਟੀ ਹੁੰਦਾ ਨਾ, ਟੀ, ਉਹ 4 ਵਾਰੀ ਆਪਣੇ ਕਾਗਜ਼ ਤੇ ਬਣਾਓ। ਜਿਨ੍ਹਾਂ ਦਾ ਹੱਥ ਸਾਫ਼ ਆ, ਪਰ ਤੁਹਾਡੇ ਦੋਵਾਂ ਦਾ ਵੀ ਹੱਥ ਸਾਫ਼ ਆ, ਤੁਸੀਂ ਮਾਤਾ ਜੀ ਦਾ ਨੰਬਰ ਲੈ ਕੇ ਜਾਣਾ, ਠੀਕ ਆ। ਮਾਤਾ ਜੀ ਨੂੰ ਮਿਲਣਾ
ਤੇ ਅੱਗੇ ਨਿੱਕੇ ਅੱਖਰਾਂ ਦਾ ਰਿਆਜ਼ ਕਰਨਾ। ਠੀਕ ਆ, ਤੁਸੀਂ ਵੀ ਅੱਖਰ ਦਿਖਾਓ ਹੈ ਨਾ। ਜਿਹੜੇ ਆਨਲਾਈਨ ਕਾਰਜਸ਼ਾਲਾ ਲਗਾ ਰਹੇ ਆ ਉਹਨਾਂ ਲਈ ਅਸੀਂ ਅੱਗੇ ਵੀ ਇਹ 10 ਕਾਰਜਸ਼ਾਲਾਵਾਂ ਦੇ ਪਾਰਟ ਲਗਾਵਾਂਗੇ। ਫਿਰ ਇਹ ਪਹਿਲੀ ਆ, ਫਿਰ ਅੱਗੇ 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 ਇੰਝ ਚੱਲੇਗਾ ਹੈ ਨਾ। ਕਦੇ ਕਲਮਾਂ ਦੀ, ਕਦੇ ਕਿੰਨਾ ਚੀਜ਼ਾਂ ਦੀ। ਇਹਨੂੰ 4 ਵਾਰੀ ਆਪਣੇ ਕਾਗਜ਼ ਤੇ ਇਹ ਟੀ ਬਣਾ ਲਓ। ਆਨੰਦ ਆ ਰਿਹਾ? ਕੋਈ ਬੋਰ ਤਾਂ ਨਹੀਂ ਹੋ ਰਿਹਾ? ਠੀਕ ਆ, ਹੱਥ ਬਹੁਤ ਤੇਰਾ। ਪਰਮਿੰਦਰ ਸਿੰਘ ਹੱਥ ਠੀਕ ਆ। ਹੈ ਨਾ, ਸਾਨੂੰ ਕਿਸੇ ਗੁਰਸਿੱਖ ਨੇ ਕਿਹਾ ਸੀਗਾ, ਕਹਿੰਦੇ ਹੈ ਨਾ ਸਿੱਖੀ 'ਚ 2 ਤਰੀਕੇ ਨਾਲ ਬਖਸ਼ਿਸ਼ਾਂ ਹੁੰਦੀਆਂ। ਪਹਿਲਾ ਤਰੀਕਾ ਕਿਹੜਾ ਹੁੰਦਾ ਹੈ ਕਿ ਜਿਵੇਂ ਭਾਈ ਛੱਜੂ ਝੀਵਰ ਜੀ ਨੇ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਗਏ ਹੈ ਨਾ, ਗੁਰੂ ਸਾਹਿਬ ਤਰੁੱਠੇ ਹੋਏ ਸੀਗੇ ਤੇ ਗੁਰੂ ਸਾਹਿਬ ਨੇ ਸੋਟੀ ਸਿਰ ਤੇ ਰੱਖੀ, ਬਖਸ਼ਿਸ਼ਾਂ ਹੋ ਗਈਆਂ। ਇਹ ਪਹਿਲਾ ਤਰੀਕਾ ਆ ਹੈ ਨਾ। ਦੂਜਾ ਤਰੀਕਾ ਕੀ ਹੁੰਦਾ ਆ ਕਿ ਜਿਵੇਂ ਭਾਈ ਮੰਝ ਜੀ ਆ, ਗੁਰੂ ਸਾਹਿਬ ਪ੍ਰੀਖਿਆਵਾਂ ਹੈ ਨਾ, ਕਿ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਦੂਜੇ ਤਰੀਕੇ ਦੇ ਵਿੱਚ ਤੁਹਾਨੂੰ ਆਪਦੀ ਪਾਤਰਤਾ ਸਿੱਧ ਕਰਨੀ ਪੈਂਦੀ ਆ। ਹੁਣ ਆਹ ਦੋਵਾਂ 'ਚ ਹੀ ਮਿਲਣਾ ਐਂਡ 'ਤੇ ਉਹ ਗੱਲ ਆ ਗੁਰਪ੍ਰਸਾਦ ਹੀ ਹੁੰਦਾ ਆ, ਪਰ ਤੁਹਾਨੂੰ ਉਹ ਗੱਲ ਪਾਤਰਤਾ ਹੈ ਨਾ ਕਿ ਭਾਈ ਮੰਝ ਜੀ ਦਾ ਹੈ ਨਾ ਘਰ-ਬਾਰ ਸਾਰਾ ਕੁਝ ਚਲਾ ਗਿਆ, ਗੁਰੂ ਪਾਤਸ਼ਾਹ ਦੇ ਲੰਗਰਾਂ 'ਚ ਆ ਕੇ ਬੈਠ ਗਏ। ਉੱਥੇ ਵੀ ਫਿਰ ਹੈ ਨਾ ਗੁਰੂ ਸਾਹਿਬ ਕਹਿੰਦੇ ਕਿ ਹੈ ਨਾ ਤੁਹਾਡੇ ਤੇ ਕੀੜਿਆਂ 'ਚ ਕੀ ਫਰਕ ਆ, ਉਹ ਵੀ ਇੱਥੋਂ ਖਾਈ ਜਾਂਦੇ, ਤੁਸੀਂ ਵੀ। ਫਿਰ ਕਿਰਤ ਕਰਨ ਲੱਗ ਜਾਂਦੇ, ਲੱਕੜਾਂ ਢੋਂਦੇ ਆ ਹੈ ਨਾ, ਗੁਰੂ ਦੇ ਲੰਗਰਾਂ ਲਈ ਵੀ ਤੇ ਲੱਕੜਾਂ ਵੇਚਦੇ ਵੀ ਆ। ਗੁਰੂ ਅਰਜਨ ਪਾਤਸ਼ਾਹ ਲਈ ਗੁਰੂ ਅਮਰਦਾਸ ਪਾਤਸ਼ਾਹ ਇਹ ਕਹਿੰਦੇ ਆ ਕਿ ਹੈ ਨਾ ਕਿ ਦੋਹਿਤਾ ਬਾਣੀ ਕਾ ਬੋਹਿਤ ਹੁੰਦਾ ਜਹਾਜ਼ ਹੈ ਨਾ, ਕਿ ਬਾਣੀ ਦਾ ਬੋਹਿਤ ਹੈ ਗੁਰੂ ਅਰਜਨ ਪਾਤਸ਼ਾਹ ਨੂੰ। ਫਿਰ ਗੁਰੂ ਅਰਜਨ ਪਾਤਸ਼ਾਹ ਆਪਣੇ ਗੁਰਸਿੱਖ ਨੂੰ ਕੀ ਕਹਿੰਦੇ ਆ ਕਿ ਮੰਝ ਗੁਰੂ ਕਾ ਬੋਹਿਤ ਆ ਹੈ ਨਾ, ਕਿ ਜੇ ਬਾਣੀ ਗੁਰੂ ਦੇ ਉੱਤੇ ਜਾ ਰਹੀ ਆ ਤਾਂ ਗੁਰੂ ਦਾ ਬੋਹਿਤ ਤੈਅ ਆ। ਤਾਂ ਕਰਕੇ ਫਿਰ ਉਹ ਪਾਤਰਤਾ ਸਿੱਧ ਕਰਨੀ ਪੈਣੀ। ਇਸ ਲਈ ਕੁਝ ਬੱਚਿਆਂ ਦਾ ਹੱਥ ਕੁਦਰਤੀ ਸਾਫ਼ ਆ, ਉਹਨਾਂ ਤੇ ਗੁਰੂ ਦੀ ਬੜੀ ਬਖਸ਼ਿਸ਼ ਆ। ਜਿਨ੍ਹਾਂ ਦਾ ਨਹੀਂ ਸਾਫ਼ ਹੈਗਾ ਉਹਨਾਂ ਨੂੰ ਪਾਤਰਤਾ ਸਿੱਧ ਕਰਨੀ ਪੈਣੀ ਆ। ਲਿਖੀ ਚੱਲੋ, ਲਿਖੀ ਚੱਲੋ, ਲਿਖੀ ਚੱਲੋ, ਗੁਰੂ ਸਾਹਿਬ ਨੂੰ ਅਰਦਾਸਾਂ ਕਰੀ ਚੱਲੋ, ਹੱਥ ਸਾਫ਼ ਹੋ ਜਾਏਗਾ ਹੈ ਨਾ। ਇਹ ਹੱਥ ਗੁਰੂ ਅੰਗਦ ਪਾਤਸ਼ਾਹ ਫੜ ਲੈਣਗੇ ਨਾ। ਹੁਣ ਇਹਦੇ ਤੋਂ ਕੀ ਆ ਹੈ ਨਾ, ਇੱਥੇ ਕੱਕਾ ਬਣਾ ਦਿਓ। ਇਹ ਕਿਹੜਾ ਅੱਖਰ ਬਣ ਗਿਆ? ਹਾਂ, ਅੰਗਾ। ਠੀਕ ਹੈ। ਫਿਰ ਅੱਛਾ, ਫਿਰ ਠੈਂਕਾ ਨਹੀਂ ਕਹਿਣਾ ਇਹਨੂੰ ਹੈ ਨਾ। ਜੇ ਆਪਾਂ ਉਹਨੂੰ ਵਿਗਾੜ ਸਕਦੇ ਇਹਨੂੰ ਵੀ ਵਿਗਾੜ ਸਕਦੇ ਹਾਂ। ਤੇ ਨੰਨਾ। ਹੁਣ ਪਰਮਿੰਦਰ ਸਿੰਘ ਨਿੱਕੇ ਅੱਖਰਾਂ ਦਾ ਕਰਕੇ ਰਿਆਜ਼ ਤੇ ਸਰੂਪ ਸਾਹਿਬ ਦੀ ਸੇਵਾ ਕਰੀਏ ਸ਼ੁਰੂ ਜਲਦੀ। ਇੱਕ ਜਣਾ ਲੱਗ ਗਿਆ, ਬਾਕੀ ਫਿਰ ਰਫਤਾਰ ਖਿੱਚਣਗੇ। ਇੱਕ ਜਣਾ ਘਰੇ ਬੈਠ ਕੇ ਆਸਣ ਰੱਖ ਕੇ ਬਾਣੀ ਲਿਖਣ ਲੱਗ ਗਿਆ, ਫਿਰ ਬਾਕੀ ਦੇ ਸਿੰਘਾਂ 'ਚ ਤਾਂ ਹੀ ਉਤਸ਼ਾਹ ਆਉਂਦਾ ਆ। ਨਾ ਅੰਗ ਲਿਖਣ ਲਈ ਆਮ ਕਾਗਜ਼ ਨਹੀਂ ਚਾਹੀਦਾ। ਹਾਂ, ਨਹੀਂ 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 ਹੈ। ਤੁਹਾਨੂੰ ਹੁਣ ਕੋਸ਼ਿਸ਼ ਕਰਾਂਗੇ ਕਿ ਜਲਦੀ ਕਲਮਾਂ ਦੀ ਕਾਰਜਸ਼ਾਲਾ ਲਗਾਈਏ। ਹੋ ਗਿਆ। ਇਹਦੇ ਤੋਂ 4 ਅੱਖਰ ਬਣ ਗਏ। ਨਾ ਅੱਜ ਕੱਲ੍ਹ ਸਿੰਘਾਂ 'ਚ ਕਾਲ ਵੀ ਬਹੁਤ ਜ਼ਿਆਦਾ ਆ ਗਈ ਆ ਕਿ ਜਲਦੀ ਜਲਦੀ ਹਰ ਚੀਜ਼ ਜਿੰਨੀ ਛੇਤੀ ਹੈ ਨਾ। ਕਿ ਕੋਈ
ਹਾਂ ਤਾਂ ਹੀ ਉਹ ਇਹ ਹੁੰਦਾ ਨਾ ਕੋਈ ਜਿਹੜਾ ਕੋਮਲ ਕਲਾਵਾਂ ਹੁੰਦੀਆਂ ਨਾ, ਮੈਂ ਤੁਹਾਨੂੰ ਸਿਰਫ ਇੰਨੇ ਕੁ ਭੇਦ ਦੱਸ ਸਕਦਾ ਹੈ ਨਾ। ਉਸ ਤੋਂ ਬਾਅਦ ਤੁਹਾਡੀ ਮਿਹਨਤ, ਤੁਹਾਡਾ ਰਿਆਜ਼ ਆ। ਇਹ ਕੋਈ ਇਹ ਕੰਮ ਇਹ ਨਹੀਂ ਗਾ, ਦੂਣੀ ਦਾ ਪਹਾੜਾ ਨਹੀਂ ਗਾ ਕਿ ਕੋਈ ਗਿਆਨ ਚਿੱਥ ਕੇ ਤੁਹਾਡੇ ਮੂੰਹ ਦੇ ਵਿੱਚ ਪਾ ਦੇ, ਹੈ ਨਾ। ਇਹ ਤਾਂ ਤੁਹਾਨੂੰ ਆਪ ਚਿੱਥਣਾ ਪੈਣਾ ਆ। ਜਿਹੜੀ ਕਲਾ ਹੁੰਦੀ ਆ ਇਹ ਜਾ ਹੀ ਨਹੀਂ ਸਕਦੀ, ਕੋਮਲ ਕਲਾ ਆ ਅੱਖਰਕਾਰੀ, ਹੈ ਨਾ। ਇਹਦੇ ਲਈ ਤਾਂ ਤੁਹਾਨੂੰ ਮੈਂ ਤਾਂ ਸਿਰਫ ਟੋਟਕੇ ਦੱਸ ਸਕਣਾ ਆ। ਉਸ ਤੋਂ ਬਾਅਦ ਮਿਹਨਤ ਤੁਹਾਡੀ ਆ। ਅਗਲੇ ਅੱਖਰਾਂ ਦੇ ਟੋਟਕੇ ਦੱਸ ਦਾਂਗਾ, ਸਿਆਹੀ ਦੇ ਟੋਟਕੇ ਦੱਸ ਦਾਂਗਾ, ਹੈ ਨਾ। ਫਿਰ ਤਾਂ ਮਿਹਨਤ ਆ, ਜਿੰਨੀ ਕਰੋ। ਫਿਰ ਮਿਹਨਤ ਨੂੰ ਗੁਰੂ ਸਾਹਿਬ ਰੰਗ ਭਾਗ ਵੀ ਲਾ ਦਿੰਦੇ ਆ, ਹੈ ਨਾ। ਅੱਗੇ ਜੀ ਸਿੱਧੀ ਡੰਡੀ, ਠੀਕ ਆ। ਇਹਨੂੰ 2 ਵਾਰੀ ਆਪਣੇ ਕਾਗਜ਼ ਤੇ ਬਣਾ ਲਓ। अच्छा चलो पुत बनाओ इनू 2 वारी अपने कागज के उपर। बन गया ये। इत्थे की करना देखो, इहदे बराबर इक्को इहदे वर्गा खिंच के बब्बा ते नाना, ये तो 2 अखर बन गए। इंज ही आप 35 के 35 पूरे कर लेने आ। सीधी भी आ सकती आ, घुमा के भी आ सकती आ। डंडी जिहड़ी आ इंज भी आ जूगी, इंज भी आ जूगी, है ना। जिवें तुसी, क्योंकि तीर मुखी है सिर्फ तुहाडी कलम दे रियाज लई आ। पुत गल्लां नहीं करनियां। चलो भी लिखो सिंगो। हाथ तेरा साफ हो। निक्के अखरां दा ना आपां आकारशाला लगाई हले, हुण आपां निक्कियां दी लगा के फिर पोथी साहिब शुरू कर देंगे। नहीं, आप जी नूं सुनेहा छड्ड देना चाहिए सी कि असीं इन्ने कुछ वजे लेट होवांगे। तां ही गुरु साहिब ने तुहानूं 21वीं सदी 'च पैदा कीता है। नहीं कोई गल नहीं, कोई भी पहला नहीं आया सी, कोई भी पहला नहीं आया। तुसीं कल्ले नहीं गए, सारे तुहाडे वर्गे आ। हाँ, संगती रूप च लेट होए हो गए अखर। हाँ जी, अगे की करना, इधर देखो सारे जाने। सीधी डंडी ते अंग्रेजी दा 20 अखर, ठीक है। लल्ला झज्जा,
ਪੁੱਤ ਇੰਨੇ ਕਾਗਜ਼ ਨਹੀਂ ਵਰਤਣੇਗੇ। ਉਹਦਾ ਮਗਰਲਾ ਪਾਸਾ ਵਰਤ ਪੁੱਤ, ਇਹਦੇ ਮਗਰ ਮਗਰ ਇਹਦੇ ਪਿਛਲੇ ਪਾਸੇ। ਹਾਂ ਹਾਂ ਦੇਖ। ਦੂਰ ਤਾਂ ਹੀ ਜਾਣਾ ਪਊਗਾ। ਕਲਮ ਦੇ ਨਾਲ ਰਤਨ ਝੱਜਾ ਆ ਜਾ, ਮੈਨੂੰ ਰੱਸੀ ਪਾਈ ਹੋਈ ਆ। ਅੱਗੇ ਕਰੀਏ ਸ਼ੁਰੂ। ਅੱਗੇ ਥੋੜਾ ਧਿਆਨ ਤੁਹਾਨੂੰ ਦੇਣਾ ਪੈਣਾ ਹੈਗਾ। ਪਹਿਲਾਂ ਡੰਡੀ ਜਿਹੜੀ ਹੈਗੀ ਆ ਬਾਹਰੋਂ, ਫਿਰ ਅੰਦਰ ਤਾਂ ਨੂੰ, ਫਿਰ ਇੰਜ। ਇਹਨੂੰ 4 ਵਾਰੀ ਬਣਾ ਲਓ, ਹੈ ਨਾ। ਇਹ ਸੌਖਾ ਆ, ਹੈ ਨਾ। ਬਸ ਥੋੜਾ ਕਲਮ ਨਾਲ ਤੁਹਾਨੂੰ ਔਖਾ ਲੱਗੇਗਾ। ਖੱਖਾ ਤੱਦਾ, ਇਹ ਕੀ ਆ? ਥੱਥਾ। ਤੇ ਇਹਦੇ ਨਾਲ ਹੀ ਥੱਲੇ ਜਿਹੜੇ 2 ਅੱਖਰ ਕਿਹੜਾ? ਯਾਇਆ ਨਹੀਂ ਪੁੱਤ, ਯਈਆ। ਅਰਧ W, ਹੈ ਨਾ। ਹਾਂ बस एक आखिरी अखर रह गए, फिर अपनी कार्यशाला है पूरी। फिर अगली कार्यशाला आप लावांगे। तीर पुत, तीर थले लैके चल, तीर थले तक तिखा। वो देखो उधर नाल। अखरकारी कार्यशाला च एक चीज़ तुसीं कर सकने, नकल मार सकने एक दूजे तो। पर जिहड़ा नाल दा सोहना लिखदा होवे ਉਹਦੇ ਤੋਂ ਹੀ नकल मार सकने हैं। ਇਹਦੇ 'ਚ ਇਹ नहीं रोकिया जाऊगा ਤੁਹਾਨੂੰ किसी नकल ना मारो। कोशिश करांगे अगली कार्यशाला भी आप इत्थे ही लाइए, है ना। निक्के अखरां दी जो तुहाडे लई तां बिलोंग ही करांगे, पर मैनूं लगदा हले सिर्फ तुसीं इकल्ले तैयार होए हो, रियाज नहीं ना कर रहे। बाकी असीं चाहे हर रोज़ आया करिए, जिन्ना चिर रियाज नहीं गा, रियाज तुसीं आप करना है। नहीं मैं इधर यूनीवर्सिटी, क्योंकि जिन्ना चिर हुण मैं तुहानूं कलमां दे सकदा घड़ के, कागज़ दे सकना है, क्योंकि हजे तुहानूं आप नहीं घड़ने आउंदियां। पर जे रियाज है नहीं गा, वो नहीं, क्योंकि मैं तो तुहानूं बेसिक दसते आ, बेसिक आ, बुनियादां आ। नया गाँव, हाँ किवें, हाँ जी, हाँ मुला, हाँ हाँ जदों मर्जी आओ, कोई चक्कर नहीं, आज जदों मर्जी आओ।
ਪਰ ਗੱਲ ਆ ਰਿਆਜ਼ ਕਰਕੇ ਆਓ। ਹੁਣ ਜਿਵੇਂ ਤੁਹਾਡਾ ਹੱਥ ਸਾਫ਼ ਆ, ਰਿਆਜ਼ ਕੀਤਾ ਆ ਹੈ ਨਾ, ਉਹ ਸਿੰਘ ਦਾ ਹੱਥ ਸਾਫ਼ ਨਹੀਂ ਹੈਗਾ, ਨਹੀਂ ਹੈਗਾ। ਤਾਂ ਹੀ ਹੁਣ ਜੇ ਮੈਂ ਤੁਹਾਨੂੰ ਨਿੱਕੀ ਕਲਮ ਫੜਾ ਦਾਂ, ਨਹੀਂ ਲਿਖ ਸਕਦਾ ਸਿੰਘ ਅਜੇ। ਇਹ ਹੁਣ ਤਿਆਰੀ ਕਰਨੀ ਪੈਣੀ, ਉੱਥੋਂ ਤੱਕ ਜਾਣਾ ਪੈਣਾ। ਇੰਝ ਹੀ ਬਾਕੀ ਸਾਰੇ ਸਿੰਘਾਂ ਦਾ ਹੈ, ਗਗਨਦੀਪ ਹੁਣਾਂ ਦਾ, ਸਾਰਿਆਂ ਦਾ ਹੈ। ਹਾਂ, ਤਾਂ ਹੀ ਮੈਂ ਕਿਹਾ ਸੀ ਇੱਕ ਵਾਰੀ ਸਾਰੇ ਸਿੰਘ ਬੈਠੋ, ਆਪਾਂ ਗੱਲਾਂ ਬਾਤਾਂ ਕਰਨੇ ਆ, ਹੈ ਨਾ। ਸਾਰੇ ਸਿੰਘਾਂ ਨੂੰ ਬਿਠਾਓ, ਕਿਉਂਕਿ ਬਹੁਤ ਗਲਤ ਹੈਗਾ ਕਿ ਅਸੀਂ ਇਹ ਚੀਜ਼ ਕਰਨੀ, ਅਸੀਂ ਇਹ ਚੀਜ਼ ਕਰਨੀ। ਇਹ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ ਗਾ, ਹੈ ਨਾ। ਚਲੋ ਅੱਗੇ ਹੈ ਨਾ। ਹੁਣ ਥੋੜਾ ਸੌਖਾ ਹੈਗਾ, ਦੇਖੋ ਠੀਕ ਹੈ। ਸਿਰਫ ਜਿਵੇਂ ਆਪਾਂ ਗੋਲਾ ਘੁਮਾਉਣਾ ਹੁੰਦਾ ਹੈ ਨਾ, ਉਵੇਂ ਘੁਮਾ ਸਕਣੇ ਇਹਨਾਂ ਨੂੰ, ਠੀਕ ਹੈ। ਹਾਹਾ ਹੈ ਨਾ, ਰਾਰਾ, ਗੱਗਾ, ਕੱਕਾ, ਮੰਮਾ, ਪੱਬਾ, ਐੜਾ, ਹੋ ਗਏ ਅੱਖਰ ਸਾਰੇ? ਕੋਈ ਰਹਿ ਗਿਆ ਹੋਵੇ? ਨਿੱਕੇ ਅੱਖਰਾਂ ਦੀ ਲਾ ਕੇ ਨਾ ਫਿਰ ਤੁਹਾਨੂੰ ਕਲਮਾਂ ਦੀ ਸ਼ੁਰੂ ਕਰੋ। ਤੁਸੀਂ ਚੱਲੋਗੇ ਫਿਰ ਬਾਕੀ ਨਾਲ ਨਾਲ ਚੱਲ ਪੈਣਗੇ। ਕਾਰਜਸ਼ਾਲਾ 'ਚ ਫੋਨ ਨਹੀਂ ਚੱਕਣਾ ਕਦੇ। ਹਾਂ, ਇਸ ਲਈ ਇੱਕ ਸਿੰਘ ਨੂੰ ਬਹੁਤ ਵੱਡੀ ਸਜ਼ਾ ਵੀ ਮਿਲ ਚੁੱਕੀ ਆ, ਚੱਲਦੀ ਕਾਰਜਸ਼ਾਲਾ 'ਚ ਫੋਨ ਚੱਕਣ ਦੀ। ਬਸ ਇਸ ਨਾਲ ਤੁਹਾਡੇ ਹੈ ਨਾ 35 ਦੇ 35 ਅੱਖਰ ਪੂਰੇ ਹੋ ਗਏ ਆ, ਠੀਕ ਹੈ। ਹੁਣ ਤੁਸੀਂ ਇੱਕ ਸਾਫ਼ ਕਾਗਜ਼ ਦੇ ਉੱਤੇ ਆਜ਼ਾਦ ਡਰਾਇੰਗ ਸ਼ੀਟ ਦੇ ਦਿਓ ਸਾਰਿਆਂ ਨੂੰ, ਠੀਕ ਹੈ। ਇਸ ਡਰਾਇੰਗ ਸ਼ੀਟ ਦੇ ਉੱਤੇ ਹੈ ਨਾ, ਇੱਥੇ ਡਰਾਇੰਗ ਸ਼ੀਟ ਆ, ਅਤੇ ਤੁਸੀਂ ਊੜੇ ਤੋਂ ਰਾੜੇ ਤੱਕ ਤਰਤੀਬਵਾਰ 35 ਦੇ 35 ਅੱਖਰ ਲਿਖੋ। ਜਗਰਾਏ ਉਦੋਂ ਬਸ ਫਿਰ ਆਪਾਂ ਉਹ ਬੈਠ ਕੇ ਸਿਰਫ ਅੱਖਰ ਦਿਖਾਉਣੇ ਨਾ ਇਕੱਲੇ। ਤਾਂ ਕੈਸੀ ਭੂਖਾ ਤੂੰ ਮੇਰੋ ਪਿਆਰੋ, ਤਾਂ ਕੈਸੀ ਭੂਖਾ ਤੂੰ ਮਨ ਵਸਿਆ, ਲੱਗੈ ਨਾ ਦੁਖਾ ਤੂੰ ਮਨ ਵਸਿਆ, ਲੱਗੈ ਨਾ ਦੁਖਾ ਤੂੰ ਮੇਰੋ ਪਿਆਰੋ, ਤਾਂ ਕੈਸੀ ਭੂਖਾ ਤੂੰ ਮੇਰੋ ਪਿਆਰੋ, ਤਾਂ ਕੈਸੀ ਭੂਖਾ।
निध तेरे सगल निधान, नौ निध तेरे सगल निधान, इच्छा पूरक रखे निदान, इच्छा पूरक रखे निदान। तू मेरो प्यारो ता कैसी भूखा, तू मेरो प्यारो ता कैसी भूखा। तू मन वसे लगे न दुखा, तू मन वसे लगे न दुखा। तू मेरो प्यारो ता कैसी भूखा, तू मेरो प्यारो ता कैसी भूखा। जो तू करे सोई परवान, जो तू करे, जो तू करे, सो जो तू करे सोई परवान, जो तू करे सोई परवान। साचे साहिब तेरा सच फुरमान, साचे साहिब तेरा सच फुरमान। तू मेरो प्यारो ता कैसी भूखा, तू मेरो प्यारो ता कैसी भूखा। तू मन वसे लगे न दुखा, तू मन वसे लगे न दुखा। तू मेरो प्यारो ता कैसी भूखा, तू मेरो प्यारो ता कैसी भूखा। जा तुद पावे ताहर गुण गाओ, जा तुद पावे ताहर गुण गाओ। तेरे घर सदा सदा है न्याओ, तेरे घर सदा सदा है न्याओ। तू मेरो प्यारो ता कैसी नानक तेना बसंत है, नानक तेना बसंत है, नानक तेना बसंत है। जिन कर वसया कंठ
का नाम ते आई कै हो हरि अपाई। हरि का नाम ते आई कै हो हरि अपाई। परम लिखंत पाइय, परम लिखंत पाइय एह रुत सुहाई। वट दिवावन मोलिया, वट दिवावन मोलिया अमृत फल पाई। फिर साधु सुख उपजै लथी सब छाई। मिल साधु सुख उपजै लथी सब छाई। नानक सिमरै एक नाम, नानक सिमरै एक नाम। फिर बहु न ताई, बहु न ताई। फिर बोर न ताई, नानक सिमरै एक नाम, फिर बोर न ताई ताई। पंजे बदे महाबली, पंजे बदे महाबली कर सच्चा तो। अपने चरण जपायन, अपने चरण जपायन बिच दे खरो। रोग सोग सब मिट गए नित नवा निरो। दिन रैन नाम ते आएगा, दिन रैन नाम ते आएगा। फिर पाए न मोहा जिस पे उपजे नानका। सोही फिर होआ, सोही फिर होआ, सोही फिर होआ। पंजे बड़े महाबली कर सच्चा टोआ। अपने चरण जपायन विच देओ खरो। रोग सोग सब मिट गए नित नवा निरोआ। दिन रैन नाम ध्याए दा फिर पाए न मोआ जिस दे उपजया नानका।